ਸਤਿ ਸ੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਤਖਤ ਪੰਜਾਬ। ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ, ਮੇਰੇ ਨਾਲ ਉੱਗੇ ਸਿਆਸੀ ਮਾਹਰ ਪ੍ਰੋਫੈਸਰ ਮੁਹੰਮਦ ਖਾਲਿਦ ਮੌਜੂਦ ਨੇ। ਵੱਡੀਆਂ ਖਬਰਾਂ ਤੇ ਵੱਡੇ ਮੁੱਦਿਆਂ ਉੱਤੇ ਚਰਚਾ ਕਰਾਂਗੇ। ਸਵਾਗਤ ਹੈ ਤੁਹਾਡਾ ਖਾਲਿਦ ਸਾਹਿਬ। ਮਿਹਰਬਾਨੀ ਜੀ, ਥੈਂਕ ਯੂ। ਸਭ ਤੋਂ ਪਹਿਲਾਂ ਗੱਲ ਜਿਹੜੀ ਹੈ ਉਹ ਮਜ਼ਦੂਰਾਂ ਤੋਂ ਸ਼ੁਰੂ ਹੁੰਦੀ ਹੈ। ਮਜ਼ਦੂਰ ਦਿਹਾੜਾ ਮਨਾ ਕੇ ਹਟੀਆਂ ਸਰਕਾਰਾਂ ਨੇ ਖੂਬ ਇਹਦਾ ਪ੍ਰਚਾਰ ਕੀਤਾ, ਪਰ ਗੱਲ ਇਹ ਆ ਕਿ ਅੱਜ ਮਜ਼ਦੂਰਾਂ ਦਾ ਹਾਲ ਕੀ ਆ। ਜੇ ਅਸੀਂ ਪੰਜਾਬ ਵੱਲ ਝਾਤ ਮਾਰੀਏ ਤਾਂ ਇੱਧਰ ਜਿਸ ਤਰੀਕੇ ਦੇ ਨਾਲ ਕਿਸਾਨ ਮਜ਼ਦੂਰ ਏਕਤਾ ਦਾ ਨਾਅਰਾ ਦਿੱਤਾ ਜਾਂਦਾ ਹੈ, ਪਰ ਮਜ਼ਦੂਰਾਂ ਦਾ ਜਿਹੜਾ ਹਾਲ ਹੈ ਉਹ ਸਭ ਨੂੰ ਪਤਾ ਹੈ ਕਿ ਕਿਸ ਤਰ੍ਹਾਂ ਪਿੰਡਾਂ ਦੇ ਵਿੱਚ ਵਖਰੇਵੇਂ ਜਾਂ ਫਿਰ ਉਹਨਾਂ ਦੇ ਨਾਲ ਜਿਸ ਤਰੀਕੇ ਨਾਲ ਸ਼ੋਸ਼ਣ ਕੀਤਾ ਜਾਂਦਾ। ਅਖਬਾਰਾਂ ਦੀਆਂ ਸੁਰਖੀਆਂ ਦੱਸਦੀਆਂ ਕਿ ਇੱਕ ਪਾਸੇ ਤਾਂ ਜਿਹੜੀ ਕਣਕ ਦੀ ਕਟਾਈ ਤੋਂ ਬਾਅਦ ਜਿਸ ਤਰੀਕੇ ਨਾਲ ਤੂੜੀ ਦੇ ਰੇਟ ਵਧੇ ਨੇ, ਤੂੜੀ ਘੱਟ ਹੋਣ ਕਰਕੇ ਜਿਨ੍ਹਾਂ ਵਿਚਾਰੇ ਗਰੀਬਾਂ ਨੇ ਮਾੜੇ ਮੋਟੇ ਡੰਗਰ ਪਾਲੇ ਨੇ ਉਹਨਾਂ ਨੂੰ ਔਖਾ ਹੋ ਗਿਆ। ਉਧਰਲੇ ਪਾਸੇ ਰੇਟ ਵੀ ਵੱਧ ਜਾਣੇ ਨੇ। ਫਿਰ ਉਹਨਾਂ ਨੇ ਹੁਣ ਚੇਤਾਵਨੀ ਦਿੱਤੀ ਹੈ ਕਿ ਅਸੀਂ ਜਿਹੜਾ ਆਪਣੀ ਲੇਬਰ ਦਾ ਰੇਟ ਵਧਾਵਾਂਗੇ। ਉਹ ਭਾਵੇਂ ਤੁਸੀਂ ਝੋਨਾ ਲਵਾਉਣ ਵੇਲੇ ਜਾਂ ਫਿਰ ਹੋਰ ਫਸਲਾਂ ਵੇਲੇ ਜਿਹੜੇ ਲੇਬਰ ਦੇ ਰੇਟ ਨੇ ਉਹ ਵਧਣਗੇ। ਭਾਵੇਂ ਕਿ ਉਧਰ ਸਰਕਾਰ ਨੇ ਕਿਹਾ ਕਿ ਤੂੜੀ ਜਿਹੜੀ ਹੈ ਉਹ ਪੰਜਾਬ ਤੋਂ ਬਾਹਰ ਜਾਂ ਫੈਕਟਰੀਆਂ ਨੂੰ ਨਹੀਂ ਦਿੱਤੀ ਜਾਏਗੀ, ਪੰਜਾਬ ਦੇ ਅੰਦਰ ਜਿਹੜੇ ਤੂੜੀ ਦੇ ਬਣਾਉਂਦੇ ਨੇ। ਦੇਖੋ, ਏਦਾਂ ਹੈ ਕਿ ਇਹ ਤਾਂ ਆਪਾਂ ਸਭ ਨੂੰ ਪਤਾ ਹੈ, ਕੋਈ ਅੱਖੋਂ ਓਹਲੇ ਨਹੀਂ ਹੈ ਕਿ ਅਗਰ ਮਜ਼ਦੂਰੀ ਜਾਂ ਮਜ਼ਦੂਰ ਰੁਕ ਜਾਂਦਾ ਹੈ ਤਾਂ ਪੂਰਾ ਦੇਸ਼ ਰੁਕ ਜਾਂਦਾ ਹੈ, ਬਲਕਿ ਪੂਰੀ ਦੁਨੀਆ ਰੁਕ ਜਾਂਦੀ ਹੈ। ਹਰ ਚੀਜ਼ ਮਜ਼ਦੂਰ ਦੇ ਸਿਰ ਤੇ ਹੈ। ਇਸੇ ਕਰਕੇ ਮਜ਼ਦੂਰ ਜਿਹੜਾ ਹੈਗਾ ਉਹਦੀ ਇਹ ਰੱਖਣਾ ਬਹੁਤ ਜ਼ਰੂਰੀ ਹੈ ਕਿ ਉਹ ਆਪਣੀ ਆਜੀਵਿਕਾ ਜਿਹੜੀ ਹੈਗੀ ਆ ਉਹ ਪ੍ਰੋਪਰ ਕਰ ਸਕੇ। ਲੇਕਿਨ ਮਜ਼ਦੂਰ ਸਭ ਤੋਂ ਜ਼ਿਆਦਾ ਪਿਸਿਆ ਹੋਇਆ ਹੈ, ਔਰ ਅੱਜ ਤੋਂ ਨਹੀਂ ਹਮੇਸ਼ਾ ਤੋਂ ਰਿਹਾ। ਔਰ ਜਿਹੜਾ ਵਿਅਕਤੀ ਮਜ਼ਦੂਰ ਨੂੰ ਇਸਤੇਮਾਲ ਕਰਦਾ ਹੈ, ਚਾਹੇ ਉਹ ਦੁਕਾਨਾਂ ਤੇ, ਚਾਹੇ ਉਹ ਫੈਕਟਰੀਆਂ ਦੇ ਵਿੱਚ, ਚਾਹੇ ਇੰਡਸਟਰੀ ਦੇ ਵਿੱਚ, ਐਗਰੀਕਲਚਰ ਦੇ ਵਿੱਚ, ਉਹ ਮਿਨੀਮਮ ਵੇਜਸ ਦੇ ਕੇ ਮੈਕਸਿਮਮ ਕੰਮ ਲੈਣਾ ਚਾਹੁੰਦਾ ਮਜ਼ਦੂਰ ਤੋਂ। ਘੱਟ ਤੋਂ ਘੱਟ ਪੈਸੇ ਦੇਵੋ, ਵੱਧ ਤੋਂ ਵੱਧ ਕੰਮ ਲਵੋ। ਔਰ ਮਜ਼ਦੂਰ ਵਿਚਾਰਾ ਜਿਹੜਾ ਹੈਗਾ ਉਹ ਪਿਸਦਾ ਰਹਿੰਦਾ, ਕਿਉਂਕਿ ਉਹਦੇ ਕੋਲ ਹੋਰ ਕੋਈ ਚਾਰਾ ਨਹੀਂ ਹੈ ਸਿਵਾਏ ਇਸ ਦੇ ਕਿ ਉਹ ਆਪਣੀ ਮਜ਼ਦੂਰੀ ਨੂੰ ਵੇਚੇ। ਹੁਣ ਸਵਾਲ ਇਹ ਹੈਗਾ ਕਿ ਆਪਾਂ ਮਜ਼ਦੂਰ ਦਿਹਾੜਾ ਤਾਂ ਮਨਾ ਲੈਂਦੇ ਹਾਂ, ਬਲਕਿ ਬਹੁਤ ਸਾਰੇ ਲੋਕਾਂ ਨੂੰ ਤਾਂ ਇਹ ਵੀ ਨਹੀਂ ਪਤਾ ਮਜ਼ਦੂਰ ਦਿਹਾੜਾ ਹੁੰਦਾ ਕੀ ਹੈ, ਉਹਨੂੰ ਮਨਾਇਆ ਕਿਉਂ ਜਾਂਦਾ ਹੈ। 1 ਮਈ ਦਾ ਕੱਲ ਮਜ਼ਦੂਰ ਦਿਹਾੜਾ ਸੀਗਾ, ਕੁਝ ਫੰਕਸ਼ਨ ਵੀ ਹੋਏ, ਲੇਕਿਨ ਇਹ ਕੇਵਲ ਜਿਹੜੀ ਹੈਗੀ ਹੈ ਲਿਪ ਸਰਵਿਸ ਹੈ। ਅਸਲ ਮਜ਼ਦੂਰ ਨੂੰ ਉਹਦੀ ਪ੍ਰੋਪਰ ਮਜ਼ਦੂਰੀ ਦੇਣਾ ਜਿਹੜਾ ਹੈਗਾ, ਉਹਦੇ ਵਿੱਚ ਸਰਕਾਰ ਨੂੰ ਵੀ ਅੱਗੇ ਆਉਣਾ ਚਾਹੀਦਾ ਹੈ। ਮਿਨੀਮਮ ਵੇਜਸ ਐਕਟ ਲਾਉਣੇ ਚਾਹੀਦੇ ਹੈ, ਔਰ ਜਿਹੜੇ ਮਿਨੀਮਮ ਵੇਜਸ ਦੇ ਮੁਤਾਬਕ ਨਹੀਂ ਪੇਮੈਂਟ ਕਰਦੇ ਉਹਨਾਂ ਪਰ ਐਕਸ਼ਨ ਹੋਣੇ ਚਾਹੀਦੇ ਹੈ। ਔਰ ਮਿਨੀਮਮ ਵੇਜਸ ਵੀ ਰਿਵਾਈਜ਼ ਹੁੰਦੇ ਰਹਿਣੇ ਚਾਹੀਦੇ ਆ। ਇਹ ਨਹੀਂ ਹੈ ਕਿ ਸਾਲਾਂ ਬੱਧੀ ਜਿਵੇਂ ਕਿ ਆਪਾਂ ਦੇਖਦੇ ਹਾਂ DC ਰੇਟ ਤੇ ਜਾਂ ਮਨਰੇਗਾ ਦੇ ਵਿੱਚ ਜਾਂ ਹੋਰ ਜਿਹੜੀਆਂ ਸਰਕਾਰ ਦੀਆਂ ਸਕੀਮਾਂ ਹੈਗੀਆਂ, ਅਗਰ ਉਹਦੇ ਵਿੱਚ ਮਜ਼ਦੂਰ ਰੱਖਿਆ ਜਾਂਦਾ ਤਾਂ ਜਿਸ ਤਰੀਕੇ ਦੇ ਨਾਲ 6 ਮਹੀਨਿਆਂ ਬਾਅਦ ਤੁਸੀਂ DA ਵਧਾਉਣੇ ਹੋ, ਇਸੇ ਤਰੀਕੇ ਦੇ ਨਾਲ ਇਹ ਵੀ ਇੱਕ ਡਾਇਨਾਮਿਕ ਹੋਣਾ ਚਾਹੀਦਾ ਹੈ। ਹਰ 6 ਮਹੀਨੇ ਬਾਅਦ ਜਿਸ ਵੇਲੇ ਵੀ ਪ੍ਰਾਈਸ ਇੰਡੈਕਸ ਨੂੰ ਦੇਖ ਕੇ ਹੋਏ ਵੱਧਦਾ ਤਾਂ ਮਜ਼ਦੂਰੀ ਵੀ ਵਧਾਉਣੀ ਚਾਹੀਦੀ ਹੈ ਔਰ ਅਲਾਓ ਕਰਨਾ ਚਾਹੀਦਾ। ਲੇਕਿਨ ਇਸ ਤਰ੍ਹਾਂ ਨਹੀਂ ਹੋ ਰਿਹਾ। ਆਪਾਂ ਇਹ ਦੇਖਦੇ ਹਾਂ ਕਿ ਮਜ਼ਦੂਰ ਜਿਹੜਾ ਹੈਗਾ ਉਹ ਮੰਡੀ 'ਚ ਖੜਾ ਹੈ, ਜੇ ਉਹਨੂੰ ਕੰਮ ਨਹੀਂ ਮਿਲਿਆ ਉਹਨੂੰ ਅਸੀਂ ਘੱਟ ਰੇਟ ਤੇ ਵੀ ਲੈ ਜਾਂਦੇ ਹਾਂ। ਅਸੀਂ ਇਹ ਕਹਿੰਦੇ ਹਾਂ ਵੀ ਤੈਨੂੰ ਕੰਮ ਮਹੀਨੇ ਵਾਸਤੇ ਦੇ ਦਾਂਗੇ, 2 ਮਹੀਨਿਆਂ ਵਾਸਤੇ ਦੇ ਦਾਂਗੇ, ਲੇਕਿਨ ਤੈਨੂੰ ਘੱਟ ਰੇਟ ਤੇ ਕੰਮ ਕਰਨਾ ਪਊਗਾ। ਉਹ ਵਿਚਾਰਾ ਉਹਦੇ ਉੱਪਰ ਵੀ ਐਗਰੀ ਕਰ ਜਾਂਦਾ ਹੈ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਆਪਣੇ ਸਾਹਮਣੇ ਹੈ, ਦੇਖਣ ਦੇ ਵਿੱਚ ਮਿਲਦੀਆਂ, ਜਿਹੜੇ ਸੜਕਾਂ ਦੇ ਉੱਪਰ। ਔਰ ਫਿਰ ਜਿਹੜੀਆਂ ਵਿਮਨ ਜਿਹੜੀ ਮਜ਼ਦੂਰੀ ਕਰਦੀਆਂ ਉਹਨਾਂ ਨੂੰ ਘੱਟ ਵੇਜਸ ਦੇਣਾ ਔਰ ਆਦਮੀਆਂ ਨੂੰ ਵੱਧ ਵੇਜਸ ਦੇਣਾ, ਇਹ ਵੀ ਆਪਾਂ ਦੇਖਦੇ ਹਾਂ। ਔਰ ਪਿੰਡਾਂ ਦੇ ਵਿੱਚ ਕਈ ਵਾਰ ਜਿਹੜਾ ਹੈਗਾ ਥੋੜਾ ਬਹੁਤਾ ਕਣਕ ਦੇ ਕੇ, ਹੋਰ ਸਮਾਨ ਦੇ ਕੇ ਹੀ ਤੋਰ ਦਿੰਦੇ ਆ, ਮਜ਼ਦੂਰੀ ਦੀ ਜਗ੍ਹਾ ਮਜ਼ਦੂਰੀ ਨਹੀਂ ਦਿੱਤੀ ਜਾਂਦੀ। ਇਹ ਸਭ ਚੀਜ਼ਾਂ ਨੂੰ ਇਹ ਉਹ ਇਸ਼ੂਜ਼ ਹੈਗੇ ਆ ਜਿਨ੍ਹਾਂ ਨੂੰ ਸਾਨੂੰ ਵੀ ਦੇਖਣਾ ਚਾਹੀਦਾ ਹੈ ਔਰ ਸਰਕਾਰ ਨੂੰ ਵੀ ਦੇਖਣਾ ਚਾਹੀਦਾ। ਹੁਣ ਤੁਸੀਂ ਗੱਲ ਕੀਤੀ ਹੈਗੀ ਹੈ ਤੂੜੀ ਦੀ ਤੇ ਹੋਰ। ਮਜ਼ਦੂਰ ਦੇਖੋ, ਉਹਦਾ ਪੂਰਾ ਅਧਿਕਾਰ ਹੈ ਕਿ ਉਹ ਕਿੰਨੀ ਮਜ਼ਦੂਰੀ ਲੈਣਾ ਚਾਹੇ, ਉਹ ਫਿਕਸ ਕਰੇ। ਜਿਸ ਵੇਲੇ ਮੈਂ ਮਾਰਕੀਟ ਦੇ ਵਿੱਚ ਕੋਈ ਚੀਜ਼ ਲੈਣ ਜਾਣਾ ਜਾਂ ਕੋਈ ਵੀ ਚੀਜ਼ ਦਾ ਸੌਦਾ ਕਰਦਾ, ਤਾਂ ਜਿਹੜਾ ਵੇਚਣ ਵਾਲਾ ਹੈਗਾ ਉਹਦਾ ਇਹ ਅਧਿਕਾਰ ਹੈ ਕਿ ਉਹ ਇੰਨੇ ਦਾ ਵੇਚ ਰਿਹਾ ਹੈ ਔਰ ਮੈਨੇ ਲੈਣਾ ਜਾਂ ਨਹੀਂ ਲੈਣਾ ਅਲੱਗ ਗੱਲ ਹੈ। ਇਸੇ ਤਰੀਕੇ ਦੇ ਨਾਲ ਤੁਸੀਂ ਮਜ਼ਦੂਰ ਦੀ ਗੱਲ ਕੀਤੀ ਹੈ, ਮਜ਼ਦੂਰ ਨੂੰ ਪੂਰਾ ਅਧਿਕਾਰ ਹੈ ਆਪਣੀ ਦਿਹਾੜੀ ਵਧਾਉਣ ਦਾ। ਔਰ ਉਹਨੇ ਵੀ ਦੇਖਣਾ, ਉਹਨੇ ਵੀ ਬੱਚੇ ਪਾਲਣੇ ਹੈ, ਉਹਨੇ ਵੀ ਇੱਕ ਫੈਮਿਲੀ ਚਲਾਉਣੀ ਹੈ। ਅਗਰ ਉਹਦੇ ਵਿੱਚ ਉਹ ਆਪਣੀ ਰੇਟ ਵਧਾਉਂਦਾ ਹੈ
ਔਰ ਉਹ ਰੇਟ ਅਕ੍ਰੋਸ ਦਾ ਬੋਰਡ ਸਾਰੇ ਵਧਾਉਂਦੇ ਆ, ਜਿਵੇਂ ਜੇ ਹਰ ਚੀਜ਼ ਵੱਧਦੀ ਜਾ ਰਹੀ ਹੈ, ਇਨਫਲੇਸ਼ਨ ਕਿੱਥੇ ਪਹੁੰਚੀ ਪਈ ਹੈ, ਤਾਂ ਮਜ਼ਦੂਰ ਕੀ ਕਰੇਗਾ? ਮਜ਼ਦੂਰ ਨੂੰ ਵੀ ਰੇਟ ਵਧਾਉਣ ਦਾ ਅਧਿਕਾਰ ਹੈ ਔਰ ਉਹਨੂੰ ਵਧਾਉਣਾ ਚਾਹੀਦਾ ਹੈ, ਚਾਹੇ ਐਗਰੀਕਲਚਰ ਸੈਕਟਰ ਦੇ ਵਿੱਚ ਹੈ, ਚਾਹੇ ਇੰਡਸਟਰੀਅਲ ਸੈਕਟਰ ਦੇ ਵਿੱਚ ਹੈ। ਬਿਲਕੁਲ ਪ੍ਰੋਫੈਸਰ ਸਾਹਿਬ, ਇੱਕ ਹੋਰ ਗੱਲ ਹੈ, ਜਿਸ ਤਰੀਕੇ ਦੇ ਨਾਲ ਕਹਿੰਦੇ ਕਿਸਾਨ ਤੇ ਮਜ਼ਦੂਰ ਦੀ ਏਕਤਾ ਆ, ਤੇ ਉਧਰਲੇ ਬੰਨੇ ਕਿਸਾਨ ਜਿਹੜੇ ਨੇ, ਲੋਕ ਕਹਿੰਦੇ ਕਿ ਕਿਸਾਨਾਂ ਦੀ ਆਵਾਜ਼ ਵੱਧ ਚੁੱਕੀ ਜਾਂਦੀ ਹੈ ਹਰ ਮਸਲੇ ਦੇ ਉੱਤੇ। ਜੇ ਅੱਜ ਸਿੱਧੀ ਬਿਜਾਈ ਦੀ ਗੱਲ ਆਉਂਦੀ ਹੈ ਤਾਂ ਕਿਸਾਨਾਂ ਤੇ ਢੁੱਕ ਜਾਂਦੀ ਹੈ ਜਾ ਕੇ, ਜੇ ਗੰਨੇ ਦਾ ਬਕਾਇਆ ਹੁੰਦਾ ਤਾਂ ਕਿਸਾਨਾਂ ਤੇ ਢੁੱਕ ਜਾਂਦਾ ਹੈ। ਮਜ਼ਦੂਰ ਕਹਿੰਦੇ ਕਿ ਸਾਡੀ ਲੇਬਰ ਦੇ ਵਿੱਚ ਕੋਈ ਵਾਧਾ ਨਹੀਂ ਕੀਤਾ ਜਾਂਦਾ ਜਾਂ ਸਾਡੀ ਸੁਣੀ ਨਹੀਂ ਜਾਂਦੀ। ਕਈ ਥਾਵਾਂ ਤੇ ਆਪਾਂ ਪਹਿਲਾਂ ਦੇਖਿਆ ਕਿ ਰਿਪੋਰਟਾਂ ਆਉਂਦੀਆਂ ਰਹੀਆਂ, ਏਕਾ ਕਰ ਲਿਆ ਜਾਂਦਾ ਪਿੰਡਾਂ ਦੇ ਵਿੱਚ ਵੱਡੇ ਜ਼ਿਮੀਂਦਾਰਾਂ ਦੇ ਵੱਲੋਂ ਕਿ ਅਸੀਂ ਸਿਰਫ ਇੰਨਾ ਹੀ ਜਿਹੜਾ ਉਹ ਜ਼ਮੀਨ ਦੇ ਉੱਤੇ ਇੰਨਾ ਲੇਬਰ ਰੇਟ ਦੇਵਾਂਗੇ, ਤੁਸੀਂ ਜਿਹੜਾ ਝੋਨਾ ਲਾਉਣਾ ਜਾਂ ਫਿਰ ਹੋਰ ਫਸਲਾਂ ਦੇ ਵਿੱਚ ਜਿਹੜਾ ਮਜ਼ਦੂਰਾਂ ਦਾ ਸਹਿਯੋਗ ਲਿਆ ਜਾਂਦਾ ਆ। ਇਹ ਸਾਰੇ ਮਸਲੇ ਨੇ, ਜਿਵੇਂ ਹੁਣ ਝੋਨੇ ਦੀ ਸਿੱਧੀ ਬਿਜਾਈ ਦਾ ਵੀ ਮਸਲਾ ਉੱਠਿਆ। ਦੇਖੋ ਏਦਾਂ ਹੈ ਕਿ ਇੱਕ ਤਾਂ ਜਿਹੜਾ ਐਗਰੀਕਲਚਰ ਲੇਬਰ ਹੈ, ਉਹਦਾ ਜੋ ਸ਼ੋਸ਼ਣ ਪਹਿਲਾਂ ਤਾਂ ਤੁਹਾਨੂੰ ਪਤਾ ਵੀ ਸੀਰੀ ਰਲਾ ਦਿੰਦੇ ਸੀਗੇ, 6 ਮਹੀਨਿਆਂ ਬਾਅਦ ਉਹਦਾ ਹਿਸਾਬ ਕਿਤਾਬ ਹੁੰਦਾ ਸੀਗਾ, ਹੁਣ ਵੀ ਹੁੰਦਾ ਹੈ, ਲੇਕਿਨ ਉਹਨਾਂ ਦੇ ਰੇਟ ਜਿਹੜੇ ਹੈਗੇ ਆ ਉਹ ਵੱਧਦੇ ਚਲੇ ਜਾਂਦੇ ਆ। ਅਗਰ ਕਿਸਾਨ ਜਾਂ ਜ਼ਮੀਂਦਾਰ ਏਕਾ ਕਰਕੇ ਇਸ ਤਰ੍ਹਾਂ ਮਜ਼ਦੂਰ ਨੂੰ ਉਹਦੀ ਮਜ਼ਦੂਰੀ ਨਹੀਂ ਦੇਣਾ ਚਾਹੁੰਦੇ, ਤਾਂ ਫਿਰ ਉਹ ਕਿਸਾਨ ਦਾ ਇਹ ਵੀ ਕੋਈ ਹੱਕ ਨਹੀਂ ਹੈ ਕਿ ਉਹ ਆਪਣੀ ਨਿਰਖ ਦੇ ਉੱਪਰ ਵੀ ਉਹ ਕਹੇ ਕਿ ਅਸੀਂ ਇੰਨਾ ਲੈਣਾ। ਨਿਰਖ ਵੀ ਓਪਨ ਹੋ ਜਾਵੇ, ਫਿਰ ਇਹ ਵੀ ਓਪਨ ਹੋ ਜਾਵੇ, ਦੋਨੇ ਚੀਜ਼ਾਂ ਓਪਨ ਹੋ ਜਾਣ, ਉਹ ਨਹੀਂ ਹੋ ਸਕਦਾ। ਹੁਣ ਦੂਸਰੀ ਗੱਲ ਹੈਗੀ ਹੈ, ਜਦ ਆਪਾਂ ਕਰਜ਼ੇ ਮਾਫੀ ਦੀ ਗੱਲ ਕਰਦੇ ਹਾਂ, ਕਿਸਾਨ ਕਰਜ਼ੇ ਦੇ ਅੰਦਰ ਹੈ, ਕਿਸਾਨ ਨੂੰ ਉਹਦੀ ਪ੍ਰੋਪਰ ਨਿਰਖ ਦਾ ਉਹ ਨਹੀਂ ਮਿਲਦਾ, ਮੁੱਲ ਨਹੀਂ ਮਿਲਦਾ, ਐਮਐਸਪੀ ਤੋਂ ਥੱਲੇ ਚੀਜ਼ਾਂ ਵਿਕਦੀਆਂ ਨੇ, ਜਾਂ ਐਮਐਸਪੀ ਜਿਹੜੀ ਹੈਗੀਆਂ ਸਾਰੀਆਂ ਫਸਲਾਂ ਦੇ ਉੱਪਰ ਨਹੀਂ ਸਰਕਾਰ ਵੱਲੋਂ ਕੀਤੀ ਜਾਂਦੀ, ਤਾਂ ਆਪਾਂ ਹਮੇਸ਼ਾ ਕਿਸਾਨ ਦੀ ਗੱਲ ਕਰਦੇ ਹਾਂ। ਕਿਸਾਨ ਇੱਕ ਜਥੇਬੰਦੀ ਹੈ, ਕਿਸਾਨਾਂ ਦੀਆਂ ਹੋਰ ਬੜੀਆਂ ਆਰਗੇਨਾਈਜ਼ ਜਥੇਬੰਦੀਆਂ, ਬੇਸ਼ੱਕ ਉਹ ਅਲੱਗ-ਅਲੱਗ ਧਿਰਾਂ ਨਾਲ ਸੰਬੰਧਿਤ ਹੈ, ਲੇਕਿਨ ਹੁਣ ਤੁਸੀਂ ਕਿਸਾਨ ਅੰਦੋਲਨ 'ਚ ਦੇਖਿਆ ਉਹ ਸਾਰੀਆਂ ਇਕੱਠੀਆਂ ਹੋ ਗਈਆਂ, ਇਕੱਠੀਆਂ ਹੋ ਕੇ ਉਹਨਾਂ ਨੇ ਦੇਖਿਆ ਵੀ ਸਾਡੇ ਅਸਤਿਤਵ ਦਾ ਸਵਾਲ ਹੈ। ਹੁਣ ਜਿਸ ਵੇਲੇ ਆਪਾਂ ਮਜ਼ਦੂਰ ਦੀ ਗੱਲ ਕਰਦੇ ਹਾਂ, ਪਹਿਲੀ ਤਾਂ ਚੀਜ਼ ਇਹ ਹੈਗੀ ਹੈ, ਜਿਹੜੀਆਂ ਮਜ਼ਦੂਰ ਜਥੇਬੰਦੀਆਂ ਨੇ ਉਹ ਅਲੱਗ-ਅਲੱਗ ਪੋਲੀਟੀਕਲ ਪਾਰਟੀਆਂ ਦੇ ਨਾਲ ਜੁੜੀਆਂ ਹੋਈਆਂ। ਇਹ ਬੀਜੇਪੀ ਨਾਲ ਦੀ ਸਮਰਥਿਤ ਹੈ ਜਾਂ ਕਾਂਗਰਸ ਦੀ ਸਮਰਥਿਤ ਹੈ, ਇਹ ਸੀਪੀਆਈ ਦੀ ਹੈ, ਸੀਪੀਐਮ ਦੀ, ਆਪਾਂ ਉਹ ਸਾਰੀਆਂ ਜਥੇਬੰਦੀਆਂ ਕਈ ਵਾਰ ਇਕੱਠਾ ਨਹੀਂ ਹੋ ਪੈਂਦੀਆਂ। ਕਈ ਵਾਰ ਇਦਾਂ ਹੁੰਦਾ ਵੀ ਸਰਕਾਰ ਪੱਕੀ ਅਲੱਗ ਹੋ ਜਾਂਦੀ ਹੈ ਤੇ ਵਿਰੋਧੀ ਧਿਰਾਂ ਦੀਆਂ ਜਥੇਬੰਦੀਆਂ ਅਲੱਗ ਹੋ ਜਾਂਦੀਆਂ। ਇਹ ਜਦ ਤੱਕ ਯੂਨਾਈਟਿਡ ਫੇਸ ਨਹੀਂ ਹੋਏਗਾ ਮਜ਼ਦੂਰ ਦਾ, ਉਸ ਵੇਲੇ ਤੱਕ ਮਜ਼ਦੂਰ ਦੀ ਗੱਲ ਨਹੀਂ ਸੁਣੀ ਜਾਏਗੀ। ਔਰ ਇਹ ਗੱਲ ਹੈਗੀ ਹੈ ਕਿ ਜੇ ਆਪਾਂ ਕਿਸਾਨ ਦਾ ਕਰਜ਼ਾ ਕਿਉਂ ਚੜਦਾ ਹੈ, ਜਿਸ ਵੇਲੇ ਕਿਸਾਨ ਜਿਹੜਾ ਹੈਗਾ ਉਹਨੂੰ ਵਿਆਜ ਤੇ ਪੈਸਾ ਚੱਕਣਾ ਪੈਂਦਾ ਹੈ, ਉਹਦੀ ਜਿਹੜੀ ਹੈਗੀ ਹੈ ਐਗਰੀਕਲਚਰ ਲਾਹੇਵੰਦ ਨਹੀਂ ਹੈ, ਤਾਂ ਮਜ਼ਦੂਰ ਦੀ ਅਗਰ ਮਜ਼ਦੂਰੀ ਲਾਹੇਵੰਦ ਨਹੀਂ ਹੈ, ਉਹਨੇ ਕਰਜ਼ਾ ਚੱਕ ਲਿਆ, ਤਾਂ ਉਹਦਾ ਵੀ ਅਧਿਕਾਰ ਹੈ ਕਿ ਉਹਦਾ ਵੀ ਕਰਜ਼ਾ ਦੇਖਿਆ ਜਾਵੇ। ਔਰ ਇਹ ਕਈ ਵਾਰ ਇਹ ਗੱਲ ਉੱਠੀ ਹੈ ਕਿ ਮਜ਼ਦੂਰ ਜਿਹੜਾ ਹੈਗਾ ਉਹਦੀ ਮਜ਼ਦੂਰੀ ਅਗਰ ਉਹਨੂੰ ਪ੍ਰੋਪਰ ਨਹੀਂ ਮਿਲ ਰਹੀ, ਉਹਦੇ ਬੱਚੇ ਹੈ, ਉਹਨੇ ਕੱਲ ਨੂੰ ਵਿਆਹ ਸ਼ਾਦੀਆਂ ਕਰਨੀਆਂ, ਬੱਚੇ ਪੜਾਉਣੇ ਹੈ, ਉਹਦੇ ਵਾਸਤੇ ਉਹਨੂੰ ਪੈਸਾ ਚੱਕਣਾ ਪੈਂਦਾ ਹੈ ਮਾਰਕੀਟ ਦੇ ਵਿੱਚੋਂ ਜਾਂ ਕੋਆਪਰੇਟਿਵ ਤੋਂ ਜਾਂ ਸਰਕਾਰੀ ਅਦਾਰਿਆਂ ਤੋਂ, ਤਾਂ ਉਹਨੂੰ ਵੀ ਹੱਕ ਬਣਦਾ ਹੈ ਕਿ ਉਹਦੇ ਬਾਰੇ ਵੀ ਕੋਈ ਸਕੀਮ ਬਣਾਈ ਜਾਵੇ ਕਿ ਵੀ ਇਹਦਾ ਵੀ ਕਰਜ਼ਾ ਮਾਫ ਕੀਤਾ ਜਾਵੇ। ਖਾਸ ਤੌਰ ਪਰ ਜਿਹੜੇ ਬਹੁਤ ਹੀ ਲੋਅਰ ਲੈਵਲ ਦੇ ਉੱਪਰ, ਕੋਈ ਰਿਕਸ਼ਾ ਪੁਲਰ ਹੈਗਾ, ਕੋਈ ਡੇਲੀ ਵੇਜਰ ਹੈਗਾ, ਉਹਨਾਂ ਸਾਰਿਆਂ ਦਾ ਵੀ ਓਨਾ ਹੀ ਹੱਕ ਬਣਦਾ ਹੈ ਕਿ ਉਹਨਾਂ ਦਾ ਜਿਹੜਾ ਹੈਗਾ ਕਰਜ਼ੇ ਦੀ ਗੱਲ ਜਿਹੜੀ ਹੈਗੀ ਹੈ ਕੀਤੀ ਜਾਵੇ। ਹਾਂ, ਇੰਨਾ ਜ਼ਰੂਰ ਹੈ ਕਿ ਮਜ਼ਦੂਰ ਯੂਨੀਅਨਸ ਨੂੰ ਜਾਂ ਮਜ਼ਦੂਰਾਂ ਦੀਆਂ ਜਥੇਬੰਦੀਆਂ ਨੂੰ ਵੀ ਇਕਜੁੱਟ ਹੋ ਕੇ ਇਸ ਗੱਲ ਤੇ ਉਹ ਕਰਨੀ ਪੈਂਦੀ ਹੈ। ਆਪਾਂ ਦੇਖਦੇ ਹਾਂ ਕਈ ਵਾਰ ਕਿ ਕਿਉਂਕਿ ਮਜ਼ਦੂਰ ਜਥੇਬੰਦੀਆਂ ਚੋਂ ਜਿਹੜੀਆਂ ਉਹ ਧਿਰਾਂ ਹੁੰਦੀਆਂ ਜਿਹੜੀਆਂ ਕਿ ਸੱਤਾ ਦੇ ਵਿੱਚ ਆਉਂਦੀਆਂ ਨੇ, ਪੋਲੀਟੀਕਲ ਪਾਰਟੀਆਂ, ਕਈ ਵਾਰ ਮਜ਼ਦੂਰ ਧਿਰਾਂ ਦੇ ਵਿੱਚੋਂ ਬੰਦਿਆਂ ਨੂੰ ਲੈ ਕੇ ਐਮਪੀ ਬਣਾਉਂਦੇ ਆ, ਐਮਐਲਏ ਬਣਾਉਂਦੇ ਆ, ਜਾਂ ਉਹ ਕਰਦੇ ਆ, ਉਹਨਾਂ ਨੂੰ ਇਹ ਲਾਹਾ ਲੱਗਿਆ ਰਹਿੰਦਾ, ਇਸ ਕਰਕੇ ਉਹ ਸਰਕਾਰ ਦੇ ਅਗੇਂਸਟ ਨਹੀਂ ਜਾਣਾ ਚਾਹੁੰਦੇ, ਚਾਹੇ ਸਰਕਾਰ ਦੀਆਂ ਪਾਲਿਸੀਜ਼ ਜਿਹੜੀਆਂ ਹੈਗੀਆਂ ਮਜ਼ਦੂਰਾਂ ਦੇ ਖਿਲਾਫ ਹੀ ਹੋਣ। ਔਰ ਆਪਾਂ ਦੇਖਦੇ ਹਾਂ ਬਹੁਤ ਸਾਰੇ ਲੀਡਰ ਜਿਹੜੇ ਹੈਗੇ ਆ ਕਾਂਗਰਸ ਦੇ ਵਿੱਚ, ਬੀਜੇਪੀ ਦੇ ਵਿੱਚ, ਉਹ ਮਜ਼ਦੂਰ ਸੰਗਠਨ, ਸੀਪੀਆਈ ਸੀਪੀਐਮ ਦੇ ਵਿੱਚ ਮਜ਼ਦੂਰ ਸੰਗਠਨਾਂ ਚੋਂ ਨਿਕਲ ਕੇ ਮੇਨ ਸਟ੍ਰੀਮ ਪੋਲਿਟਿਕਸ ਦੇ ਵਿੱਚ ਆਏ ਆ, ਤਾਂ ਇਸ ਨੂੰ ਅਲੱਗ ਛੱਡ ਕੇ ਮਜ਼ਦੂਰ ਦੇ ਹਿੱਤ ਨੂੰ ਸਾਹਮਣੇ ਰੱਖ ਕੇ ਜਦ ਤੱਕ ਸਾਰੇ ਜਥੇਬੰਦੀਆਂ ਇੱਕ ਨਹੀਂ ਹੋਣਗੀਆਂ, ਉਸ ਵੇਲੇ ਤੱਕ ਸਰਕਾਰਾਂ ਉਹਨਾਂ ਦੀ ਗੱਲ ਨਹੀਂ ਸੁਣਨਗੀਆਂ।
ਇਸੇ ਕਰਕੇ ਮਜ਼ਦੂਰਾਂ ਦੀ ਏਕਤਾ ਜਿਹੜੀ ਹੈਗੀ ਹੈ ਉਹ ਬਹੁਤ ਹੀ ਇੰਪੋਰਟੈਂਟ ਹੈ। ਅਗਰ ਮਜ਼ਦੂਰ ਖਿੰਡਿਆ ਹੋਇਆ ਤਾਂ ਉਹਦਾ ਹਿੱਤ ਨੂੰ ਵਾਚ ਕਰਨ ਵਾਲਾ ਕੋਈ ਨਹੀਂ ਹੈ, ਔਰ ਸਰਕਾਰਾਂ ਉਹਦਾ ਫਾਇਦਾ ਉਠਾਉਂਦੀਆਂ। ਬਿਲਕੁਲ, ਮੈਂ ਦੀ ਬਜਾਏ ਦੀ ਗੱਲ ਕੀਤੀ ਸੀ। ਉਹਨਾਂ ਨੇ ਸਰਕਾਰ ਨੂੰ ਕਹਿ ਕਿ ਜੇਕਰ ਤੁਸੀਂ ਝੋਨੇ ਦੀ ਸਿੱਧੀ ਬਿਜਾਈ ਦੇ ਉੱਤੇ ਮੁਆਵਜ਼ਾ ਵੱਧ ਨਹੀਂ ਦਿੰਦੇ ਤਾਂ ਜ਼ਮੀਨ ਆਪ ਠੇਕੇ ਤੇ ਲੈ ਕੇ ਤੇ ਤੁਸੀਂ ਆਪ ਸਿੱਧੀ ਬਿਜਾਈ ਕਰ ਲਓ, ਨਾਲੇ ਸਰਕਾਰ ਸਾਨੂੰ ਦੱਸ ਦੇ ਕਿ ਕਿੰਨਾ ਕੁ ਪੈਦਾ ਹੁੰਦੀ ਹੈ, ਅਗਲੀ ਵਾਰੀ ਅਸੀਂ ਸਿੱਧੀ ਬਿਜਾਈ ਕਰ ਲਾਂਗੇ। ਮਤਲਬ ਕਿ ਸਰਕਾਰ ਤਾਂ ਆਪਣੇ ਵੱਲੋਂ ਪੂਰਾ ਜ਼ੋਰ ਲਾ ਰਹੀ ਆ, ਪਰ ਕਿਸਾਨ ਜਿਹੜੇ ਨੇ ਉਹ ਕਹਿੰਦੇ ਕਿ ਇੱਕ ਪਾਸੇ ਤਾਂ ਨਹਿਰੀ ਪਾਣੀ ਨਹੀਂ ਮਿਲਦਾ, ਸਰਕਾਰ ਉਧਰਲੇ ਪਾਸੇ ਨੂੰ ਵੀ ਤੁਰੀ ਹੋਈ ਆ। ਉਹਨਾਂ ਦੇ ਖਿਲਾਫ ਵੀ ਉਹ ਕਹਿੰਦੇ ਅਸੀਂ ਮੋਰਚਾ ਵਿੱਢਾਂਗੇ ਆਉਣ ਵਾਲੇ ਸਮੇਂ ਦੇ ਵਿੱਚ। ਹੋਰ ਬੜੀਆਂ ਮਤਲਬ ਕਿ ਕਿਸਾਨ ਇਸ ਤਰ੍ਹਾਂ ਆਪਣੀਆਂ ਮੰਗਾਂ ਨੂੰ ਲੈ ਕੇ ਸੜਕ ਦੇ ਉੱਤੇ ਨੇ, ਜਿਵੇਂ ਪਾਣੀਆਂ ਦੇ ਮਸਲੇ ਨੂੰ ਲੈ ਕੇ ਰਾਜੇਵਾਲ ਸਾਹਿਬ ਦੀ ਜਥੇਬੰਦੀ ਨੇ ਕਹਿਤਾ ਕਿ ਅਸੀਂ 1 ਜੁਲਾਈ ਦੇ ਵਿੱਚ ਵੱਡਾ ਮੋਰਚਾ ਵਿੱਢਣ ਜਾ ਰਹੇ ਹਾਂ ਇਸ ਮਸਲੇ ਦੇ ਉੱਤੇ, ਬਿਜਲੀ ਦੇ ਮਸਲੇ ਦੇ ਉੱਤੇ, ਹੋਰ ਜਿੰਨੀਆਂ ਕਿਸਾਨਾਂ ਦੀਆਂ ਮੰਗਾਂ ਨੇ। ਦੇਖੋ, ਕਿਸਾਨਾਂ ਦੀਆਂ ਮੰਗਾਂ ਜਿਸ ਵੇਲੇ ਕਿਸਾਨ ਅੰਦੋਲਨ ਖਤਮ ਹੋਇਆ, ਸੈਂਟਰ ਗਵਰਨਮੈਂਟ ਨੇ ਕਿਹਾ ਕਿ ਜੀ ਠੀਕ ਹੈ ਅਸੀਂ ਤੁਹਾਨੂੰ ਸਮਝਾ ਨਹੀਂ ਸਕੇ, ਇਸ ਕਰਕੇ ਅਸੀਂ ਤਿੰਨੇ ਕਾਨੂੰਨ ਵਾਪਸ ਲੈਣੇ ਆ। ਉਸ ਵੇਲੇ ਇਹ ਵੀ ਕਿਹਾ ਸੀਗਾ ਕਿ ਇੱਕ ਕਮੇਟੀ ਗਠਿਤ ਕੀਤੀ ਜਾਊਗੀ, ਉਸ ਕਮੇਟੀ ਜਿਹੜੀ ਹੈਗੀ ਆ ਉਹ ਬਾਕੀ ਦੀਆਂ ਮੰਗਾਂ ਦੇ ਉੱਪਰ ਦੇਖੇਗੀ, ਲੇਕਿਨ ਹਜੇ ਤੱਕ ਉਹਦੇ ਬਾਰੇ ਕੁਝ ਨਹੀਂ ਹੋਇਆ ਔਰ ਮੈਨੂੰ ਹੋਣ ਦੀ ਕੋਈ ਸੰਭਾਵਨਾ ਵੀ ਨਜ਼ਰ ਨਹੀਂ ਆ ਰਹੀ, ਬਲਕਿ ਸੰਕੇਤ ਇਹ ਮਿਲ ਰਹੇ ਹੈ ਕਿ ਕਿਸੇ ਤਰੀਕੇ ਦੇ ਨਾਲ ਸੈਂਟਰ ਗਵਰਨਮੈਂਟ ਦੁਬਾਰਾ ਉਹਨਾਂ ਨੂੰ ਕਾਨੂੰਨਾਂ ਨੂੰ ਲਿਆ ਸਕਦੀ ਹੈ, ਜਿਸ ਤਰ੍ਹਾਂ ਦੀ ਬਿਆਨਬਾਜ਼ੀ ਕਈ ਵਾਰ ਹੁੰਦੀ ਰਹਿੰਦੀ ਹੈ। ਉਹਦੇ ਵਾਸਤੇ ਕਿਸਾਨਾਂ ਨੂੰ ਜਾਗਰੂਕ ਰਹਿਣ ਦੀ ਲੋੜ ਤਾਂ ਹੈ ਹੀ। ਦੂਸਰੀ ਜਿਹੜੀ ਗੱਲ ਹੈਗੀ ਹੈ ਕਿਸਾਨਾਂ ਦੇ ਬਾਰੇ, ਉਹ ਹੈਗਾ ਕਿ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਕਿਸਾਨਾਂ ਨੂੰ ਉਹਨਾਂ ਦਾ ਜਿਹੜਾ MSP ਦੇ ਮੁਤਾਬਕ, ਜਾਂ ਕਈ ਵਾਰ ਮੈंने ਦੇਖਿਆ ਹੈਗਾ ਕਿ MSP ਤੋਂ ਵੱਧ ਵੀ ਉਹ ਮਿਲ ਜਾਂਦਾ ਹੈ, ਲੇਕਿਨ ਸਾਰੀਆਂ ਫਸਲਾਂ ਦੇ ਉੱਪਰ ਇਹ ਨਹੀਂ ਮਿਲਦਾ। ਇਹ ਇੱਕ ਇੰਪੋਰਟੈਂਟ ਇਸ਼ੂ ਹੈਗਾ ਕਿਸਾਨਾਂ ਦੇ ਨਾਲ ਜੁੜਿਆ ਹੋਇਆ। ਦੂਸਰੀ ਗੱਲ ਇਹ ਹੈਗੀ ਹੈ ਕਿ ਤੁਸੀਂ ਡਾਇਰੈਕਟ ਅਗਰ ਝੋਨੇ ਦੀ ਬਿਜਾਈ ਕਰਦੇ ਹੋ ਤਾਂ ਉਹਦੇ ਨਾਲ ਗਵਰਨਮੈਂਟ ਨੇ ਕਿਹਾ ਕਿ ਅਸੀਂ ਤੁਹਾਨੂੰ ਇਨਸੈਂਟਿਵ ਦਿਆਂਗੇ। ਉਹ ਇਨਸੈਂਟਿਵ ਕੌਣ ਦਊਗਾ, ਕਿਹਦੇ ਥਰੂ ਹੋਏਗਾ, ਉਹ ਕਿਸਾਨਾਂ ਨਾਲ ਗੱਲਬਾਤ ਕਰਕੇ ਇਸ ਗੱਲ ਦੀ ਅਨਾਉਂਸਮੈਂਟ ਕੀਤੀ ਹੈ ਜਾਂ ਆਪਣੇ ਵਜੋਂ ਹੀ ਕੀਤੀ ਹੈ, ਇਹ ਦੇਖਣ ਦੀ ਲੋੜ ਹੈ। ਅਗਰ ਕਿਸਾਨ ਇਸ ਚੀਜ਼ ਤੇ ਐਗਰੀ ਕਰ ਜਾਂਦਾ ਹੈ ਕਿ ਹਾਂਜੀ ਅਸੀਂ ਡਾਇਰੈਕਟ ਕਰ ਸਕਦੇ ਹਾਂ, ਲੇਕਿਨ ਸਾਨੂੰ ਜਿਹੜਾ ਹੈਗਾ ਪ੍ਰੋਪਰ ਇਹਦਾ ਮੁਆਵਜ਼ਾ ਮਿਲੇ ਔਰ ਸਰਕਾਰ ਉਸ ਮੁਆਵਜ਼ੇ ਦੇਣ ਨੂੰ ਤਿਆਰ ਹੋਵੇ, ਤਾਂ ਕਿਸਾਨ ਜਿਹੜਾ ਹੈਗਾ ਐਗਰੀ ਕਰ ਸਕਦਾ ਹੈ। ਲੇਕਿਨ ਇਹਦੇ 'ਚ ਕੋਈ ਦੋ ਰਾਏ ਨਹੀਂ ਹਨ ਕਿ ਪਾਣੀਆਂ ਦੀ ਘਾਟ ਤਾਂ ਵੱਧਦੀ ਚਲੀ ਜਾ ਰਹੀ ਹੈ ਪੰਜਾਬ ਦੇ ਵਿੱਚ। ਆਪਾਂ ਕਹਿ ਰਹੇ ਹਾਂ ਜੀ ਕਿ ਹਰਿਆਣਾ ਪਾਣੀ ਆਪਣਾ ਮੰਗਦਾ ਹੈ SYL ਦੇ ਥਰੂ ਜਾਂ ਹੋਰ ਇਸ ਤਰ੍ਹਾਂ ਦੀ ਕੋਈ ਸੰਭਾਵਨਾ ਤਾਂ ਖੈਰ ਬਣ ਨਹੀਂ ਸਕਦੀ, ਕਿਉਂਕਿ ਸਾਡੇ ਕੋਲ ਪਾਣੀ ਹੈ ਹੀ ਬਹੁਤ ਹੀ ਲਿਮਟਿਡ। ਔਰ ਇਹ ਜਿਹੜਾ ਪਾਣੀ ਅਵੇਲੇਬਲ ਹੈ ਉਹ ਐਗਰੀਕਲਚਰ ਵਾਸਤੇ ਕਿੰਨਾ ਅਵੇਲੇਬਲ ਹੈ, ਇਹ ਵੀ ਆਪਾਂ ਜਾਣਦੇ ਹਾਂ। ਨਹਿਰਾਂ ਦੇ ਵਿੱਚ, ਡੈਮਾਂ ਦੇ ਵਿੱਚ, ਦਰਿਆਵਾਂ ਦੇ ਵਿੱਚ ਪਾਣੀ ਜਿਹੜਾ ਹੈਗਾ ਪਹਿਲਾਂ ਨਾਲੋਂ ਕਾਫੀ ਜ਼ਿਆਦਾ ਘਟਿਆ, ਇਹ ਵੀ ਸਭ ਨੂੰ ਪਤਾ ਹੈਗਾ। ਇਸ ਕਰਕੇ ਕਿਸਾਨ ਦਾ ਇਹ ਜਿਹੜਾ ਹੈਗਾ ਡਰ, ਇਹ ਸੁਭਾਵਕ ਹੈ ਕਿ ਤੁਸੀਂ ਤੁਹਾਨੂੰ ਪਾਣੀ ਅਵੇਲੇਬਲ ਨਹੀਂ ਹੈ, ਤੁਹਾਨੂੰ ਉਹਦੇ ਉੱਪਰ ਜਿਹੜਾ ਹੈਗਾ ਤੁਸੀਂ ਐਗਰੀਕਲਚਰ ਜਿਹੜੀ ਹੈਗੀ ਉਹ ਲਾਹੇਵੰਦ ਨਹੀਂ ਹੈ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਕਿਸਾਨ ਨੂੰ ਹਮੇਸ਼ਾ ਡਰਾਉਂਦੀਆਂ ਰਹਿੰਦੀਆਂ ਹਨ ਕਿ ਕਿਆ ਅਸੀਂ ਐਗਰੀਕਲਚਰ ਦੇ ਵਿੱਚ ਹੀ ਆਪਣੇ ਆਪ ਨੂੰ ਵਿਚਰ ਸਕਦੇ ਹਾਂ ਜਾਂ ਨਹੀਂ। ਹੁਣ ਆਪਾਂ ਇਹ ਦੇਖਦੇ ਹਾਂ ਕਿ ਬਹੁਤ ਸਾਰੇ ਕਿਸਾਨ ਜਦ ਦੇਖਦੇ ਹਾਂ ਕਿ ਸਾਨੂੰ ਪ੍ਰੋਪਰ ਉਹ ਨਹੀਂ ਮਿਲ ਰਿਹਾ ਪੈਸਾ, ਤਾਂ ਜ਼ਮੀਨ ਵੇਚ ਦਿੰਦੇ ਆ। ਅਰਬਨਾਈਜੇਸ਼ਨ ਕਿੰਨੀ ਹੋ ਰਹੀ ਹੈ, ਔਰ ਅਰਬਨਾਈਜੇਸ਼ਨ ਦੇ ਨਾਲ ਇੱਕ ਹੋਰ ਚੀਜ਼ ਜਿਹੜੀ ਹੈਗੀ ਹੈ ਬੜੀ ਇੰਪੋਰਟੈਂਟ ਹੈ ਕਿ ਜਿੰਨੇ ਵੀ ਸੈਕਟਰ ਕੱਟੇ ਜਾ ਰਹੇ ਆ, ਨਵੀਂ ਅਰਬਨਾਈਜੇਸ਼ਨ ਹੋ ਰਹੀ ਹੈ, ਪੈਸਾ ਜਿਹੜਾ ਹੈਗਾ ਕਿਸਾਨ ਕੋਲ ਆ ਰਿਹਾ ਹੈ ਕਿਉਂਕਿ ਉਹਨੇ ਜ਼ਮੀਨ ਵੇਚਤੀ ਜਾਂ ਤਾਂ ਐਕਵਾਇਰ ਹੋ ਗਈ ਜਾਂ ਉਹਨੇ ਵੈਸੇ ਵੇਚਤੀ ਲੈਂਡ ਪੂਲਿੰਗ ਦੇ ਵਿੱਚ। ਉਹ ਜਿਹੜਾ ਪੈਸਾ ਹੈ ਉਹਨੂੰ ਇਹ ਨਹੀਂ ਪਤਾ ਮੈਨੇ ਖਰਚ ਕਿੱਥੇ ਕਰਨਾ ਹੈ। ਉਹਦੇ ਨਾਲ ਕਈ ਤਰ੍ਹਾਂ ਦੀਆਂ ਕੁਰੀਤੀਆਂ, ਆ ਜਿਹੜਾ ਹੈਗਾ ਸ਼ਰਾਬ, ਨਸ਼ੇ ਚੀਜ਼, ਇਹ ਸਾਰਾ ਕੁਝ ਵੀ ਇਹਦੇ ਵਿੱਚ ਇਹਦੇ ਨਾਲ ਕਾਫੀ ਹੱਦ ਤੱਕ ਜੁੜਿਆ ਹੋਇਆ। ਖਾਸ ਤੌਰ ਪਰ ਉਹਨਾਂ ਏਰੀਆਜ਼ ਦੇ ਵਿੱਚ ਜਿੱਥੇ ਲੈਂਡ ਐਕਵਾਇਰ ਹੋ ਗਈ, ਕਰੋੜਾਂ ਰੁਪਇਆ ਆ ਗਿਆ ਤੁਹਾਡੇ ਕੋਲ, ਉਹਨੂੰ ਇਹ ਨਹੀਂ ਪਤਾ ਵੀ ਪ੍ਰੋਪਰ ਚੈਨਲਾਈਜ਼ ਕਿਵੇਂ ਕਰਨਾ ਹੈ।
ਖਰਚ ਕਿਵੇਂ ਕਰਨਾ ਹੈ, ਕਿਉਂਕਿ ਉਹ ਨਾ ਐਜੂਕੇਟਿਡ ਹੈ, ਨਾ ਉਹਦੇ ਕੋਲ ਇੰਨੀ ਸਮਝ ਹੈ, ਨਾ ਉਹ ਤਿਆਰ ਹੈ ਕਿਸੇ ਬਿਜ਼ਨਸ ਵਾਸਤੇ। ਇਹ ਵੀ ਚੀਜ਼ਾਂ ਹੈਗੀਆਂ। ਔਰ ਦੂਸਰੀ ਗੱਲ ਇਹ ਹੈਗੀ ਹੈ ਕਿ ਪਿੰਡਾਂ ਦੇ ਵਿੱਚ ਵੀ ਜਿਹੜੇ ਬੱਚੇ ਪੜ੍ਹ ਜਾਂਦੇ ਹੈ, ਉਹ ਕਹਿੰਦੇ ਵੀ ਅਸੀਂ ਤਾਂ ਵੀ ਐਗਰੀਕਲਚਰ ਕਰਨੀ ਨਹੀਂ ਹੈ, ਖੇਤੀ ਕਰਨੀ ਨਹੀਂ ਹੈ, ਅਸੀਂ ਤਾਂ ਜਿੱਦਾਂ ਬਾਹਰ ਨੂੰ ਤੁਰੇ ਹਾਂ, ਜਾਂ ਫਿਰ ਅਸੀਂ ਅਰਬਨ ਸੈਂਟਰਸ ਦੇ ਵਿੱਚ ਜਾ ਕੇ ਚਾਹੇ ਉੱਥੇ ਕੁਝ ਵੀ ਕਰ ਲਈਏ। ਅਸੀਂ ਦੇਖਿਆ ਜ਼ਿਮੀਂਦਾਰਾਂ ਦੇ ਮੁੰਡੇ ਜਿਹੜੇ ਹੈਗੇ ਆ ਉਬਰ ਚਲਾਉਂਦੇ, ਇਹ ਚਲਾਉਂਦੇ, ਉਹ ਕਹਿੰਦੇ ਵੀ ਨਹੀਂ ਪਿੰਡਾਂ ਦੇ ਵਿੱਚ ਤਾਂ ਜੀ ਐਡਾ ਹੋਇਆ ਨਹੀਂ, ਅਸੀਂ ਸ਼ਹਿਰਾਂ ਦੇ ਵਿੱਚ ਆ ਕੇ ਆਪਣੀ ਉਹ ਰੋਜ਼ੀ ਰੋਟੀ ਕਮਾਉਂਦੇ ਆ। ਇਹ ਚੀਜ਼ਾਂ ਵੀ ਹੈਗੀਆਂ। ਤਾਂ ਐਗਰੀਕਲਚਰ ਦੇ ਉੱਪਰ ਇੱਕ ਸਰਕਾਰ ਨੂੰ ਕੰਪਰੀਹੈਂਸਿਵ ਵਿਊ ਪੁਆਇੰਟ ਲੈਣਾ ਚਾਹੀਦਾ ਹੈ, ਵਾਈਟ ਪੇਪਰ ਹੋਣਾ ਚਾਹੀਦਾ ਹੈ ਕਿ ਕਿਸ ਕਿਸਮ ਦੀਆਂ ਪ੍ਰੋਬਲਮਸ ਐਗਰੀਕਲਚਰ ਖੇਤਰ ਦੇ ਵਿੱਚ ਕਿਸਾਨ ਨੂੰ ਆ ਰਹੀਆਂ ਔਰ ਉਹਨਾਂ ਦਾ ਕੀ ਪੋਸੀਬਲ ਸਮਾਧਾਨ ਹੋ ਸਕਦਾ ਹੈ। ਐਗਰੀਕਲਚਰ ਦੇ ਐਕਸਪਰਟਸ ਬੈਠਣ ਔਰ ਸਰਕਾਰ ਦੇ ਨੁਮਾਇੰਦੇ ਬੈਠਣ ਔਰ ਜਿਹੜੇ ਕਿਸਾਨ ਹੈ, ਕਿਸਾਨਾਂ ਦੀਆਂ ਜਥੇਬੰਦੀਆਂ ਦੇ ਉਹ ਬੈਠਣ, ਜਿੰਨੇ ਵੀ ਸਟੇਕ ਹੋਲਡਰ ਨੇ ਉਹ ਬੈਠ ਕੇ ਗੱਲ ਕਰਨ। ਮੇਰਾ ਖਿਆਲ ਹੈ ਕਿਸੇ, ਔਰ ਇਹ ਇੱਕ ਦਿਨ ਦੇ ਵਿੱਚ ਨਹੀਂ ਹੋਣਾ, ਇੱਕ ਲੰਬਾ ਸਮਾਂ ਲੱਗੇਗਾ ਇਸ ਕ੍ਰਾਈਸਿਸ ਨੂੰ ਹੱਲ ਕਰਨ ਦੇ ਵਿੱਚ, ਤਾਂ ਇਹ ਜ਼ਰੂਰ ਹੋਣਾ ਚਾਹੀਦਾ। ਜਿਸ ਤਰ੍ਹਾਂ ਕਾਲੀ ਸਾਹਿਬ ਸਵਾਲ ਉੱਠਦੇ ਨੇ ਕਿ ਜਦੋਂ ਸਰਕਾਰ ਦੇ ਖਜ਼ਾਨੇ ਦੇ ਵਿੱਚ ਪੈਸਾ ਹੀ ਨਹੀਂ ਹੈਗਾ, ਭਾਵੇਂ ਕਿ ਪਿਛਲੀਆਂ ਸਰਕਾਰਾਂ ਹੁਣ ਤੱਕ ਖਜ਼ਾਨੇ ਦਾ ਦਿਵਾਲੀਆ ਕੱਢ ਕੇ ਗਈਆਂ ਨੇ, ਪਰ ਹੁਣ ਇਸ ਸਰਕਾਰ ਨੇ 7000 ਕਰੋੜ ਰੁਪਇਆ ਚੱਕਿਆ। ਹਾਲੇ ਤੱਕ ਇਹ ਨਹੀਂ ਪਤਾ ਲੱਗਿਆ ਕਿ ਇਹ 7000 ਕਰੋੜ ਕਿਸ ਪਾਸੇ ਵਰਤਿਆ ਗਿਆ, ਕਾਹਦੇ ਲਈ ਲਿਆ ਗਿਆ। ਦੂਜੀ ਗੱਲ ਇਹ ਕਿ ਕੇਜਰੀਵਾਲ ਸਾਹਿਬ ਦੇ ਬਿਆਨ ਦੀ ਵੀ ਚਰਚਾ ਹੋ ਰਹੀ ਹੈ ਕਿ ਦੱਸੋ, ਤੁਸੀਂ ਕਹਿੰਦੇ ਸੀ ਕਿ 54000 ਕਰੋੜ ਰੁਪਏ ਦਾ ਅਸੀਂ ਹਿਸਾਬ ਲਾਇਆ ਹੋਇਆ ਵੀ ਇਹ ਖਜ਼ਾਨੇ ਦੇ ਵਿੱਚ ਆਉਣਾ ਹੀ ਆਉਣਾ, ਤੇ ਉਹ ਕਿਉਂ ਨਹੀਂ ਆ ਰਿਹਾ, ਉਹ ਕਿਹੜੇ ਪਾਸੇ ਵਰਤਿਆ ਜਾ ਰਿਹਾ। ਜੇ ਤੁਹਾਨੂੰ ਪਤਾ ਸੀ ਕਿ 54000 ਕਰੋੜ ਇਕੱਠਾ ਕੀਤਾ ਜਾ ਸਕਦਾ, ਜਾਂ ਫਿਰ ਤੁਸੀਂ ਗੁੰਮਰਾਹ ਕੀਤਾ ਲੋਕਾਂ ਨੂੰ ਇਸ ਬਾਰੇ? ਦੇਖੋ, ਮੈਨੂੰ ਲੱਗਦਾ ਹੈ ਕਿ ਜਿੰਨੀਆਂ ਵੀ ਪੋਲੀਟੀਕਲ ਪਾਰਟੀਆਂ ਹੈ, ਕਿਉਂਕਿ ਹੁਣ ਆਪਾਂ ਆਮ ਆਦਮੀ ਪਾਰਟੀ ਦੀ ਗੱਲ ਕੀਤੀ ਹੈ, ਉਹ ਸੱਤਾ ਦੇ ਵਿੱਚ ਹੈ। ਆਮ ਆਦਮੀ ਪਾਰਟੀ ਨੇ ਵੀ ਲੋਕਾਂ ਦੇ ਨਾਲ ਕਈ ਤਰ੍ਹਾਂ ਦੇ ਐਸੇ ਦੇ ਵਾਅਦੇ ਕੀਤੇ ਜਿਹੜੇ ਕਿ ਮੈਨੂੰ ਨਹੀਂ ਲੱਗਦਾ ਕਿ ਉਹ ਪੂਰੇ ਕਰ ਪਾਉਣਗੇ। ਬੇਸ਼ੱਕ ਉਹ ਕਹਿੰਦੇ ਅਸੀਂ ਸਾਰੇ ਵਾਅਦੇ ਪੂਰੇ ਕਰਾਂਗੇ। ਖਾਸ ਤੌਰ ਪਰ ਜਿਹੜਾ ਹੈਗਾ ਵੂਮਨ ਵਾਸਤੇ ਕਿ 18 ਸਾਲ ਤੇ ਉੱਪਰ ਨੂੰ ਹਰ ਇੱਕ ਨੂੰ 1000 ਰੁਪਇਆ ਮਹੀਨਾ ਦੇਣਾ, ਉਹ ਆਪਣੇ ਆਪ ਦੇ ਵਿੱਚ ਹੀ ਬਹੁਤ ਵੱਡਾ ਜਿਹੜਾ ਹੈਗਾ ਖਰਚਾ ਹੈ, ਜਿਹੜਾ ਕਿ ਸਰਕਾਰ ਪਤਾ ਨਹੀਂ ਕਿੱਥੋਂ ਪੂਰਾ ਕਰਨ ਦੀ ਸੋਚ ਰਹੀ ਹੈ। ਇਹਨਾਂ ਨੇ ਇਹ ਵੀ ਕਿਹਾ ਕਿ ਨਹੀਂ ਅਸੀਂ ਸਾਰਾ ਕੈਲਕੂਲੇਟ ਕੀਤਾ ਹੋਇਆ। ਦੇਖੋ ਸੁਖਵਿੰਦਰ ਜੀ, ਦਿੱਲੀ ਦੀ ਇਕਨੋਮੀ ਡਿਫਰੈਂਟ ਹੈ, ਪੰਜਾਬ ਦੀ ਇਕਨੋਮੀ ਡਿਫਰੈਂਟ ਹੈ। ਦਿੱਲੀ ਦੀਆਂ ਕੈਲਕੂਲੇਸ਼ਨਸ ਪੰਜਾਬ ਦੇ ਉੱਪਰ ਲਾਗੂ ਨਹੀਂ ਹੋ ਸਕਦੀਆਂ। ਜਿਸੇ ਤਰੀਕੇ ਦੇ ਨਾਲ ਦਿੱਲੀ ਦੇ ਸਕੂਲ ਜਿਹੜੇ ਹੈਗੇ ਆ ਉਹਨਾਂ ਦਾ ਮਾਡਲ ਪੰਜਾਬ ਦੇ ਉੱਪਰ ਲਾਗੂ ਨਹੀਂ ਹੁੰਦਾ। ਦਿੱਲੀ ਇੱਕ ਅਰਬਨ ਸੈਂਟਰ ਹੈ, ਉੱਥੇ ਰੂਰਲ ਬਹੁਤ ਘੱਟ ਹੈ, ਬਹੁਤ ਹੀ ਘੱਟ ਹੈ। ਇੱਥੇ ਰੂਰਲ ਜ਼ਿਆਦਾ ਹੈਗਾ, ਉੱਥੇ ਇੱਥੇ ਦੀਆਂ ਆਪਣੀਆਂ ਸਮੱਸਿਆਵਾਂ ਹੈ। ਇਸੇ ਤਰੀਕੇ ਦੇ ਨਾਲ ਇਕਨੋਮੀ ਦੀਆਂ ਆਪਣੀਆਂ ਸਮੱਸਿਆਵਾਂ ਹੈ। ਸਾਡੀ ਐਗਰੀਕਲਚਰਲ ਇਕਨੋਮੀ ਹੈ, ਦਿੱਲੀ ਦੀ ਐਗਰੀਕਲਚਰਲ ਇਕਨੋਮੀ ਨਹੀਂ ਹੈ। ਔਰ ਉੱਥੇ ਵੱਡੀਆਂ ਵੱਡੀਆਂ ਕੰਪਨੀਆਂ ਦੇ ਹੈੱਡਕੁਆਰਟਰਸ ਹੈ, ਰੈਵਨਿਊ ਹੈ, ਸਾਰਾ ਕੁਝ ਹੈ। ਚਲੋ ਮੈਂ ਉਹਦੇ ਵਿੱਚ ਤਾਂ ਨਹੀਂ ਜਾਂਦਾ, ਲੇਕਿਨ ਜਿੱਥੇ ਤੱਕ ਪੰਜਾਬ ਦਾ ਸਵਾਲ ਹੈ, ਤੁਸੀਂ ਇਹ ਦੇਖੋ ਵੀ ਪਹਿਲਾਂ ਵੀ ਇਸ ਬਾਰੇ ਕਿੰਨੀ ਗੱਲ ਹੋਈ ਹੈ ਕਿ ਜਿੰਨਾ ਵੀ ਸਾਡਾ ਟੈਕਸਿਸ ਹੈਗੇ ਆ ਉਹ ਸਾਰੇ GST ਚਲੇ ਗਏ। GST ਸਾਨੂੰ ਮਿਲਦਾ ਨਹੀਂ ਟਾਈਮ ਤੇ, ਔਰ ਸਰਕਾਰ ਜਿਹੜੀ ਹੈਗੀ ਆ, ਅਸੀਂ ਕੇਂਦਰ ਸਰਕਾਰ GST ਦੇ ਉੱਪਰ ਸੱਪ ਵਾਂਗੂ ਬਣ ਕੇ ਬਹਿ ਗਈ ਹੈ ਕਿ ਜਦ ਚਾਹਾਂਗੇ ਦਿਆਂਗੇ, ਨਹੀਂ ਦਿਆਂਗੇ। ਔਰ ਉਹਦਾ ਪ੍ਰਭਾਵ ਜਿਹੜਾ ਹੈਗਾ ਤੁਹਾਡੇ ਰੈਵਨਿਊ ਐਕਸਪੈਂਡੀਚਰ ਦੇ ਉੱਪਰ ਪੈਂਦਾ ਹੈ। ਦੂਸਰੀ ਗੱਲ ਇਹ ਹੈਗੀ ਹੈ ਕਿ ਤੁਸੀਂ ਕਿਹਾ ਜੀ ਕਿ ਅਸੀਂ ਇੰਨੇ 1000 ਕਰੋੜ ਰੁਪਇਆ ਸਾਡੇ ਅਕਾਊਂਟ ਦੇ ਵਿੱਚ ਆਏਗਾ, ਔਰ ਇਹ ਵੀ ਕਿਹਾ ਗਿਆ ਕਿ ਨਹੀਂ ਸਰਕਾਰਾਂ ਦੇ ਖਜ਼ਾਨੇ ਕਦੇ ਖਾਲੀ ਨਹੀਂ ਹੁੰਦੇ। ਜੇ ਖਾਲੀ ਨਹੀਂ ਹੁੰਦੇ ਹਨ ਤਾਂ ਫਿਰ ਹੁਣ ਤੁਸੀਂ ਉਹ ਵਾਅਦੇ ਜਿਹੜੇ ਤੁਸੀਂ ਕੀਤੇ ਪੂਰੇ ਕਰਨ ਵੱਲੋਂ ਤੁਰੋ, ਹੌਲੀ ਹੌਲੀ ਤੁਰੋ, ਲੇਕਿਨ ਤੁਰੋ, ਲੱਗੇ ਤਾਂ ਸੀ ਵੀ ਹਾਂ ਤੁਰੇ ਹੋ ਤੁਸੀਂ। ਜਿੱਥੇ ਤੱਕ ਸਵਾਲ ਹੈ ਕਿ ਜੀ ਤੁਸੀਂ 600 ਯੂਨਿਟ ਬਿਜਲੀ, ਉਹ ਵੀ ਹਜੇ ਉਹਦੇ ਵਿੱਚ ਵੀ ਕਾਫੀ ਜ਼ਿਆਦਾ ਪ੍ਰੋਬਲਮਸ, ਦਿੱਕਤਾਂ ਹੈਗੀਆਂ, ਲੇਕਿਨ ਉਹ ਡਿਮਾਂਡ ਥੀ ਵੀ ਨਹੀਂ, ਉਹ ਤੁਹਾਡੇ ਆਪਣੇ ਵੱਲੋਂ ਅਨਾਉਂਸਮੈਂਟ ਸੀ। ਜਿੱਥੇ ਤੱਕ ਸਵਾਲ ਹੈਗਾ ਬਿਜਲੀ ਦਾ, ਬਿਜਲੀ ਦੀਆਂ ਇੰਨੀਆਂ ਜ਼ਿਆਦਾ ਸਬਸਿਡੀਜ਼ ਹੈ। PSPL ਜਿਹੜਾ ਹੈਗਾ ਕਾਰਪੋਰੇਸ਼ਨ, ਜਿਹੜੀ ਬਿਜਲੀ ਕਾਰਪੋਰੇਸ਼ਨ ਹੈ, ਉਹਦਾ ਤੁਸੀਂ ਤਕਰੀਬਨ 9000 ਕਰੋੜ ਰੁਪਇਆ ਤਾਂ ਵੈਸੇ ਦੇਣਾ ਹੈ, 2500-3000 ਕਰੋੜ ਰੁਪਇਆ ਦੇਣਾ ਹੈ ਮਹਿਕਮਿਆਂ ਦੇ ਬਿੱਲਾਂ ਦਾ ਜਿਹੜੇ ਪੈਂਡਿੰਗ ਪਏ ਆ। ਤਾਂ ਉਹ ਸਾਰਾ ਜਿਹੜਾ ਹੈਗਾ ਸਰਕਾਰ ਨੇ ਦੇਣਾ ਹੈਗਾ। PSPL ਜਿਹੜੀ ਹੈਗੀ ਹੈ ਕਿੱਥੋਂ ਚੱਲੂਗੀ? ਹੁਣ ਇਹਨਾਂ ਨੇ ਕਿਹਾ ਕਿ ਜਿੰਨੇ ਵੀ ਥਰਮਲ ਪਲਾਂਟ ਹੈ ਉਹ ਪੂਰੇ ਉਹਦੇ ਤੇ ਚੱਲਣੇ ਚਾਹੀਦੇ ਹੈ, ਫੁੱਲ ਕੈਪੈਸਿਟੀ ਤੇ ਚੱਲਣਾ ਚਾਹੀਦਾ ਹੈ। ਤਲਵੰਡੀ ਸਾਬੋ ਜਾਂ ਹੋਰ ਜਿਹੜੇ ਸੀਗੇ, ਜਿਹੜੇ ਘੱਟ ਕੈਪੈਸਿਟੀ ਤੇ ਚੱਲ ਰਹੇ ਸੀਗੇ, ਉਹਨਾਂ ਤੇ ਯੂਨਿਟ ਤਾਂ ਬੰਦ ਪਈਆਂ ਸੀਗੀਆਂ।
ਤਾਂ ਇਹ ਜਦ ਸਾਰੀਆਂ ਚੀਜ਼ਾਂ ਆਪਾਂ ਦੇਖਦੇ ਹਾਂ, ਫਿਰ ਤੁਸੀਂ ਇਹ ਦੇਖੋ ਵੀ ਕਿਆ ਤੁਹਾਡੇ ਕੋਲ ਜਿਹੜਾ ਰੈਵਨਿਊ ਹੈਗਾ ਉਹਦੇ ਵਧਣ ਦੇ ਕੀ ਚਾਂਸਸ ਹੈ। ਦੇਖੋ ਸਰਕਾਰ, ਪੰਜਾਬ ਸਰਕਾਰ ਕੋਲ ਜਾਂ ਸਟੇਟ ਗਵਰਨਮੈਂਟ ਕੋਲ ਰੈਵਨਿਊ ਦੇ ਸਾਧਨ ਜਿਹੜੇ ਹੈਗੇ ਆ ਬਹੁਤ ਲਿਮਟਿਡ ਹੈ। ਉਹਨਾਂ ਲਿਮਟਿਡ ਸਾਧਨਾਂ ਦੇ ਵਿੱਚ ਤੁਸੀਂ ਉਹ ਜਿਹੜੇ ਵੱਡੇ ਵੱਡੇ ਵਾਅਦੇ ਜਿਹੜੇ ਤੁਸੀਂ ਕਰ ਰਹੇ ਆ, ਜਿਹਦੇ ਸਿਰ ਤੇ ਲੋਕਾਂ ਨੇ ਵੋਟਾਂ ਪਾਈਆਂ, ਜਿਹਦੇ ਸਿਰ ਤੇ ਲੋਕਾਂ ਨੇ ਕਿਹਾ ਵੀ ਹਾਂ ਵੀ ਇਹ ਸਾਨੂੰ ਇੱਕ ਉਮੀਦ ਦੀ ਕਿਰਨ ਨਜ਼ਰ ਆ ਰਹੀ ਹੈ, ਆਪਾਂ ਬਦਲਾਵ ਕਰੋ, ਬਦਲਾਵ ਕਰਕੇ ਇਹਨਾਂ ਨੂੰ ਅੱਗੇ ਲੈ ਕੇ ਆਓ। ਤਾਂ ਉਹਦੇ ਵਿੱਚ ਹੁਣ ਤੁਸੀਂ ਦੇਖੋ ਇਸ ਵੇਲੇ ਸਰਕਾਰ ਬਿਲਕੁਲ ਖਾਮੋਸ਼ ਹੈ। ਕੋਈ ਜ਼ਿਆਦਾ ਐਕਟੀਵਿਟੀ ਨਹੀਂ ਹੋ ਰਹੀ ਹੈ। 600 ਯੂਨਿਟ ਵਾਲੀ ਇੱਕ ਗੱਲ ਹੋਈ ਹੈ। ਇਹਦਾ ਮਤਲਬ ਇਹ ਹੈਗਾ ਵੀ ਸਰਕਾਰ ਜਾਂ ਤਾਂ ਸੋਚ ਰਹੀ ਹੈ ਜਾਂ ਸਰਕਾਰ ਨੂੰ ਦਿਖ ਗਿਆ ਕਿ ਬੜਾ ਮੁਸ਼ਕਿਲ ਹੈ ਇਹ ਸਾਰੀਆਂ ਚੀਜ਼ਾਂ ਨੂੰ ਹੱਲ ਕਰਨਾ। ਜਿੱਥੇ ਤੱਕ ਆਪਣੇ ਅਰਵਿੰਦ ਕੇਜਰੀਵਾਲ ਦਾ ਸਵਾਲ ਹੈ, ਉਹ ਆਪਣੇ ਦਿੱਲੀ ਨੂੰ ਸਾਂਭਣ। ਅਗਰ ਅਰਵਿੰਦ ਕੇਜਰੀਵਾਲ, ਮੈਂ ਪਹਿਲਾਂ ਵੀ ਕਹਿ ਚੁੱਕਿਆ, ਜਿੰਨਾ ਜ਼ਿਆਦਾ ਪੰਜਾਬ ਦੇ ਵਿੱਚ ਇੰਟਰਫੇਅਰ ਕਰਨਗੇ ਪੰਜਾਬ ਸਰਕਾਰ ਵਾਸਤੇ, ਓਨੀਆਂ ਮੁਸੀਬਤਾਂ ਲੋਕਲ ਲੈਵਲ ਤੇ ਵਧਣਗੀਆਂ। ਕਿਉਂਕਿ ਲੋਕਾਂ ਨੇ ਇਹੀ ਕਹਿਣਾ ਕਿ ਰਿਮੋਟ ਕੰਟਰੋਲ ਸਰਕਾਰ ਹੈ, ਹੁਣ ਵੀ ਕਹਿ ਹੀ ਰਹੇ हैं। ਜਿਸ ਤਰੀਕੇ ਦੇ ਨਾਲ ਤੁਹਾਡੇ ਰਾਜ ਸਭਾ ਦੇ ਮੈਂਬਰ ਗਏ ਹੈ ਔਰ ਨੌਨ ਪੰਜਾਬੀਜ਼ ਜਿਹੜੇ ਹੈਗੇ ਆ, ਪੰਜਾਬ ਤੋਂ ਬਾਹਰ ਦੇ ਰਹਿਣ ਵਾਲੇ ਬੰਦੇ ਗਏ ਹੈ, ਜਾਂ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਲੋਕਾਂ ਨੇ ਅੱਖੋਂ ਉਹਲੇ ਹਜੇ ਤੱਕ ਨਹੀਂ ਕੀਤੀਆਂ, ਭੁਲਾਈਆਂ ਨਹੀਂ ਹਨ। ਇਸੇ ਤਰੀਕੇ ਦੇ ਨਾਲ ਜਿਹੜਾ ਐਡਵਾਈਸ ਹੈ ਕਿ ਤੁਸੀਂ ਜੀ ਇਹ ਮਾਡਲ MOU ਸਾਈਨ ਕਰ ਲਓ ਦਿੱਲੀ ਸਰਕਾਰ ਦੇ ਨਾਲ, ਨੌਲੇਜ ਸ਼ੇਅਰਿੰਗ ਦਾ ਕਰ ਲਓ। ਨੌਲੇਜ ਤਾਂ ਸਾਡੇ ਕੋਲ ਵੀ ਬਥੇਰੀ ਹੈਗੀ ਹੈ, ਸਾਡੇ ਕੋਲ ਕਿਹੜਾ ਬੰਦਿਆਂ ਦੀ ਕਮੀ ਹੈ। ਸਵਾਲ ਇਹ ਹੈਗਾ ਕਿ ਤੁਸੀਂ ਕਿਆ ਪਿਛਲਗੂ ਲੱਗ ਕੇ ਬਣ ਕੇ ਚੱਲਣਾ ਚਾਹੁੰਦੇ ਹੋ ਜਾਂ ਆਪਣਾ ਇੰਡੀਪੈਂਡੈਂਟ। ਪੰਜਾਬ ਇੱਕ ਸਟੇਟ ਹੈ ਔਰ ਦਿੱਲੀ ਤਾਂ ਇੱਕ ਫੁੱਲ ਫਲੈਜਡ ਸਟੇਟ ਵੀ ਨਹੀਂ ਹੈ। ਇਸ ਕਰਕੇ ਮੈਨੂੰ ਲੱਗਦਾ ਹੈ ਕਿ ਤੁਸੀਂ ਜਿਹੜੀ ਗੱਲ ਕੀਤੀ ਹੈ ਵਾਅਦਿਆਂ ਦੀ ਔਰ ਇਸ ਚੀਜ਼ ਦੀ ਕੈਲਕੂਲੇਸ਼ਨ ਦੀ, ਉਹ ਕੈਲਕੂਲੇਸ਼ਨ ਤਾਂ ਉਹਨਾਂ ਨੂੰ ਵੀ ਪਤਾ ਸੀਗਾ ਕਿ ਨਹੀਂ ਹੋ ਸਕਣਾ, ਲੇਕਿਨ ਇੱਕ ਪਬਲਿਕ ਪਰਸੈਪਸ਼ਨ ਕ੍ਰੀਏਟ ਕੀਤੀ ਇਲੈਕਸ਼ਨ ਦੇ ਦਿਨਾਂ ਦੇ ਵਿੱਚ ਤਾਂ ਕਿ ਲੋਕ ਵੋਟਾਂ ਪਾਉਣ। ਉਹ ਵੋਟਾਂ ਪਾ ਲੀਆਂ, ਲੋਕਾਂ ਨੇ ਸਰਕਾਰ ਬਣਾਤੀ। ਕਹਿਣ ਨੂੰ ਹੋ ਗਿਆ ਹੁਣ ਸਾਡੇ ਕੋਲ ਪੰਜਾਬ ਦੇ ਵਿੱਚ ਵੀ ਸਰਕਾਰ ਹੈ, ਲੇਕਿਨ ਸਰਕਾਰ ਦੇ ਵਿੱਚ ਆਉਣਾ ਔਰ ਸਰਕਾਰ ਚਲਾਉਣਾ ਦੋਨਾਂ ਦੇ ਵਿੱਚ ਬਹੁਤ ਫਰਕ ਹੈ। ਇਲੈਕਸ਼ਨ 'ਚ ਤੁਸੀਂ ਜਿੱਤ ਸਕਦੇ ਹੋ, ਇਲੈਕਸ਼ਨ ਦੇ ਵਿੱਚ ਤੁਸੀਂ ਧਰਮ ਦਾ ਸਹਾਰਾ ਲੈ ਕੇ ਲੋਕਾਂ ਦੇ ਨਾਲ ਵਾਅਦੇ ਕਰਕੇ, ਉਹਨਾਂ ਨੂੰ ਚੰਦ ਤੇ ਸੂਰਜ ਜਿਹੜੇ ਹੈਗੇ ਉਹਨਾਂ ਦੇ ਹੱਥਾਂ ਦੇ ਧਰਨ ਦੇ ਵਾਅਦੇ ਕਰਕੇ ਤੁਸੀਂ ਪਾ ਸਕਦੇ ਹੋ, ਲੇਕਿਨ ਸਰਕਾਰ ਚਲਾਉਣੀ ਔਰ ਉਹਨਾਂ ਚੀਜ਼ਾਂ ਨੂੰ ਪੂਰਾ ਕਰਨਾ ਉਹ ਬਹੁਤ ਡਿਫਿਕਲਟ ਹੈ। ਦੇਖਦੇ ਹਾਂ ਇਹ ਸਰਕਾਰ ਕਿੱਥੇ ਤੱਕ ਪੂਰੇ ਕਰਦੀ ਹੈ। ਜਿਸ ਤਰੀਕੇ ਨਾਲ ਇਹ ਕਹਿੰਦੇ ਨੇ ਕਿ ਜਿਹੜੀ ਸਿਆਸੀ ਬਦਲਾਖੋਰੀ ਦੇ ਤਹਿਤ ਪਿਛਲੇ ਸਮੇਂ 'ਚ ਆਪ ਵਰਕਰਾਂ ਤੇ ਜਾਂ ਆਗੂਆਂ ਤੇ ਜਾਂ ਮੰਤਰੀਆਂ ਵਿਧਾਇਕਾਂ ਦੇ ਕੋਈ ਪਹਿਲਾਂ ਪਰਚੇ ਦਰਜ ਹੁੰਦੇ ਰਹੇ ਨੇ ਜਦੋਂ ਇਹ ਸੱਤਾ 'ਚ ਨਹੀਂ ਸੀ ਉਦੋਂ, ਤੇ ਇਹ ਕਹਿੰਦੇ ਕਿ ਉਹਦੀਆਂ ਅਰਜ਼ੀਆਂ ਭੇਜੋ, ਉਹਦੇ ਬਾਰੇ ਅਸੀਂ ਪੜਤਾਲ ਕਰਾਂਗੇ। ਉਹਦੇ ਬਾਰੇ ਪਹਿਲਾਂ ਵੀ ਗੱਲ ਹੋ ਚੁੱਕੀ ਆ, ਪਰ ਗੱਲ ਉੱਠਦੀ ਆ ਕਿ ਕੁਮਾਰ ਵਿਸ਼ਵਾਸ ਤੇ ਅਲਕਾ ਲਾਂਬਾ ਨਾਲ ਜੋ ਹੋਇਆ ਉਹਦੇ ਉੱਤੇ ਆਮ ਆਦਮੀ ਪਾਰਟੀ ਕੀ ਸਟੈਂਡ ਰੱਖਦੀ ਆ, ਤੇ ਬਾਕੀ ਜਿਹੜੇ ਬਿਨਾਂ ਰਾਜਸੀ ਜਿਹੜੀ ਸਾਜ਼ਿਸ਼ ਦੇ ਹੋਰ ਵੀ ਬੜੇ ਇਹੋ ਜਿਹੇ ਮਸਲੇ ਨੇ ਜਿਨ੍ਹਾਂ ਦੇ ਵਿੱਚ ਝੂਠੇ ਪਰਚੇ ਪਾ ਦਿੱਤੇ ਜਾਂਦੇ ਨੇ, ਆਮ ਲੋਕ ਬੇहद ਪਰੇਸ਼ਾਨ ਹੁੰਦੇ ਨੇ, ਉਹਨਾਂ ਦੇ ਬਾਰੇ ਕੀ ਸਟੈਂਡ ਹੈ? ਕੀ ਉਹਨਾਂ ਦੀਆਂ ਵੀ ਅਰਜ਼ੀਆਂ ਮੰਗੀਆਂ ਜਾਣਗੀਆਂ? ਉਹਨਾਂ ਨੂੰ ਵੀ ਪੁੱਛਿਆ ਜਾਏਗਾ ਕਿ ਉਹ ਆਮ ਲੋਕਾਂ ਨੂੰ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਨਹੀਂ ਪੁੱਛੇਗੀ? ਦੇਖੋ ਏਦਾਂ ਹੈ ਕਿ ਪਿਛਲੇ ਕੈਪਟਨ ਸਰਕਾਰ ਦੇ ਵਿੱਚ ਵੀ ਤੁਹਾਨੂੰ ਪਤਾ ਹੈਗਾ ਇੱਕ ਕਮਿਸ਼ਨ ਬਣਾਇਆ ਗਿਆ ਸੀਗਾ ਕਿ ਜਿਨ੍ਹਾਂ ਦੇ ਉੱਪਰ ਝੂਠੇ ਪਰਚੇ ਹੋਏ ਆ ਅਕਾਲੀ BJP ਸਰਕਾਰ ਦੇ ਵਿੱਚ, ਉਹ ਸਾਰੇ ਲੈਣ। ਉਹਨਾਂ ਵਿੱਚੋਂ ਬਹੁਤ ਸਾਰੇ ਪਰਚੇ ਜਿਹੜੇ ਸੀਗੇ ਰੱਦ ਵੀ ਕੀਤੇ ਗਏ। ਇੱਕ ਹਾਈ ਕੋਰਟ ਦੇ ਜੱਜ ਦੀ ਕਮਿਸ਼ਨ ਬਣਾਇਆ ਗਿਆ ਸੀਗਾ। ਤੇ ਮੇਰਾ ਖਿਆਲ ਹੈ ਕਿ ਜਿਹੜੇ ਆਪਣੇ ਆਮ ਆਦਮੀ ਪਾਰਟੀ ਦੇ ਵਰਕਰਸ ਜਾਂ ਲੀਡਰਸ ਹੈ ਉਹਨਾਂ ਪਰ ਹੋਏ ਹੋਣਗੇ, ਲੇਕਿਨ ਉਸ ਸਕੇਲ ਤੇ ਨਹੀਂ ਜਿਵੇਂ ਕਿ ਅਕਾਲੀ BJP ਸਰਕਾਰ ਦੇ ਵਿੱਚ ਕਾਫੀ ਜ਼ਿਆਦਾ ਸੀ। ਹੁਣ ਸਵਾਲ ਇਹ ਹੈਗਾ ਕਿ ਕਿਆ ਲਾ ਐਂਡ ਆਰਡਰ ਦੇ ਮੁਤਾਬਕ ਚੱਲਣੀ ਹੈ ਜਾਂ ਵੈਂਡੇਟਾ ਪੋਲਿਟਿਕਸ ਚੱਲਣੀ ਹੈ, ਵਿਮਸ ਐਂਡ ਫੈਂਸਿਸ ਦੇ ਮੁਤਾਬਕ ਚੱਲਣੀ ਹੈ। ਸਾਡੇ ਰਾਜਨੀਤਿਕ ਸਿਸਟਮ ਦੇ ਵਿੱਚੋਂ ਜਦ ਤੱਕ SHO ਜਾਂ ਜਿਹੜੀ ਆਪਾਂ ਕਹਿੰਦੇ ਆ ਥਾਣੇ ਦੀ ਪੋਲਿਟਿਕਸ ਹੈ, ਜਦ ਤੱਕ ਉਹ ਬਾਹਰ ਨਹੀਂ ਨਿਕਲਦੀ ਉਸ ਵੇਲੇ ਤੱਕ ਰੂਲ ਆਫ ਲਾਅ ਲਾਗੂ ਨਹੀਂ ਹੋ ਸਕਦਾ। ਤੁਹਾਨੂੰ ਪਤਾ ਹੈ ਕਿ ਸਭ ਤੋਂ ਜ਼ਿਆਦਾ ਅਗਰ ਜ਼ੋਰ ਹੁੰਦਾ MLA ਦਾ, ਇਹ ਹੁੰਦਾ ਵੀ ਮੇਰੇ ਪਸੰਦ ਦਾ DSP, ਮੇਰੇ ਪਸੰਦ ਦਾ ਜਿਹੜਾ ਹੈਗਾ SHO ਵਗੈਰਾ ਹੋਣੇ ਚਾਹੀਦੇ ਆ।
ਉਹਦੇ ਵਿੱਚ ਕਈ ਵਾਰ ਇਸ ਤਰ੍ਹਾਂ ਹੈ ਕਿ ਜਿਹੜੇ ਗੁੰਡਾ ਅਨਸਰ ਹੈ ਉਹਨਾਂ ਨੂੰ ਪ੍ਰੋਟੈਕਸ਼ਨ ਵੀ ਦਿੱਤੀ ਜਾਂਦੀ ਹੈ, ਹੋ ਸਕਦਾ ਉਹਨਾਂ ਨੇ ਇਲੈਕਸ਼ਨ ਦੇ ਵਿੱਚ ਤੁਹਾਡੀ ਮਦਦ ਕੀਤੀ ਹੋਵੇ। ਕਈ ਵਾਰ ਇਨੋਸੈਂਟ ਦੇ ਉੱਪਰ ਕੇਸ ਵੀ ਦਰਜ ਹੋ ਦਿੰਦੇ ਆ। ਔਰ ਜਿੱਥੇ ਤੱਕ ਪੋਲੀਟੀਕਲ ਵੈਂਡੇਟਾ ਦਾ ਸਵਾਲ ਹੈ, ਪੋਲੀਟੀਕਲ ਇਹਦਾ ਸਵਾਲ ਹੈ, ਰਾਜਨੀਤਿਕ ਤੌਰ ਤੇ ਲੋਕਾਂ ਦੇ ਉੱਪਰ, ਉਹਦੇ ਉੱਪਰ ਵੀ ਸਰਕਾਰ ਨੂੰ ਇੱਕ ਜਿਹੜਾ ਹੈਗਾ ਨਿਊਟਰਲ ਵਿਊ ਲੈਣਾ ਚਾਹੀਦਾ ਹੈ। ਅਗਰ ਕਿਸੇ ਨੇ ਵਾਕਈ ਕੁਝ ਕੀਤਾ ਹੈ ਤਾਂ ਉਹਦੇ ਪਰ ਐਕਸ਼ਨ ਹੋਣਾ ਚਾਹੀਦਾ ਹੈ, ਅਗਰ ਨਹੀਂ ਕੀਤਾ ਉਹਨਾਂ ਨੂੰ ਛੁੱਟਣਾ ਚਾਹੀਦਾ ਹੈ। ਇਹ ਕੋਈ ਉਹ ਨਹੀਂ। ਜਿੱਥੇ ਤੱਕ ਤੁਸੀਂ ਗੱਲ ਕੀਤੀ ਹੈ ਕੁਮਾਰ ਵਿਸ਼ਵਾਸ ਦੀ ਤੇ ਹਲਕਾ ਲਾਂਬਾ ਦੀ, ਤੇ ਉਹ ਤਾਂ ਜਿਸ ਵੇਲੇ ਹਾਈ ਕੋਰਟ ਦੇ ਵਿੱਚ ਜਾਂ ਥਾਣੇ ਦੇ ਵਿੱਚ ਗਏ ਤੇ ਉਹਨਾਂ ਦੇ ਨਾਲ ਪੰਜਾਬ ਦੀ ਸਾਰੀ ਉਹ ਸੀਗੀ ਕਾਂਗਰਸ ਦੀ ਔਰ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਉੱਥੇ ਗਈ ਹੈ। ਇਹ ਪ੍ਰਿਵਿਲੇਜ ਆਮ ਆਦਮੀ ਕੋਲ ਕਿਉਂ ਨਹੀਂ, ਜਿਹਨੂੰ ਤੁਸੀਂ ਮਹਿਸੂਸ ਕਰਦੇ ਹੋ ਕਿ ਇਹਦੇ ਪਰ ਝੂਠਾ ਪਰਚਾ ਦਰਜ ਹੋਇਆ? ਇਹਦਾ ਮਤਲਬ ਇਹ ਹੈਗਾ ਕਿ ਤੁਸੀਂ ਲਾ ਐਂਡ ਆਰਡਰ ਨੂੰ ਵੀ ਇਸ ਤਰੀਕੇ ਦੇ ਨਾਲ ਵੰਡਣਾ ਚਾਹੁੰਦੇ ਆ ਕਿ ਇਹ ਹਾਈ ਰੈਂਕਿੰਗ ਲੋਕਾਂ ਵਾਸਤੇ ਹੈ, ਇਹ ਕਾਮਨ ਮੈਨ ਵਾਸਤੇ। ਉਹ ਗਲਤ ਹੈ। ਇਸੇ ਕਰਕੇ ਜਦ ਤੱਕ ਤੁਸੀਂ ਲਾ ਐਂਡ ਆਰਡਰ ਨੂੰ ਦੇ ਮੁਤਾਬਕ ਨਹੀਂ ਚਲਾਉਂਦੇ, ਜਦ ਤੱਕ ਐਸਐਚਓ ਨੂੰ ਜਾਂ ਡੀਐਸਪੀ ਨੂੰ ਪੋਲੀਟੀਕਲ ਇੰਟਰਫੇਰੈਂਸ ਤੋਂ ਫ੍ਰੀ ਨਹੀਂ ਕਰਦੇ, ਉਸ ਵੇਲੇ ਤੱਕ ਫਿਰ ਉਹਨਾਂ ਨੂੰ ਵੀ ਹਥਿਆਰ ਮਿਲ ਜਾਂਦਾ ਹੈ। ਉਹਦੇ ਵਿੱਚੋਂ ਆਪਾਂ ਇਹ ਦੇਖਦੇ ਹਾਂ ਵੀ ਉਹਦੇ ਵਿੱਚੋਂ ਕਰਪਸ਼ਨ ਵੀ ਨਿਕਲਦੀ ਹੈ, ਹੋਰ ਸਾਰਾ ਕੁਝ ਨਿਕਲਦਾ ਹੈ। ਉਹ ਇਸੇ ਕਰਕੇ ਅਗਰ ਤੁਸੀਂ ਫ੍ਰੀडम ਦਿੰਦੇ ਹੋ ਔਰ ਉਹਦੇ ਪਰ ਰਿਸਪੌਂਸਿਬਿਲਿਟੀ ਫਿਕਸ ਕਰਦੇ ਹੋ ਵਿਦਆਊਟ ਕਿਸੇ ਤਰ੍ਹਾਂ ਦੇ ਭੇਦਭਾਵ ਦੇ ਜਾਂ ਪੋਲੀਟੀਕਲ ਵੈਂਡੇਟਾ ਦੇ, ਮੇਰਾ ਖਿਆਲ ਹੈ ਕਿ ਸਮਾਜ ਜ਼ਿਆਦਾ ਸੁਚੱਜੇ ਢੰਗ ਦੇ ਨਾਲ, ਸਟੇਟ ਜ਼ਿਆਦਾ ਅੱਛੇ ਤਰੀਕੇ ਦੇ ਨਾਲ ਚੱਲ ਸਕਦਾ ਹੈ। ਅਗਰ ਇਦਾਂ ਕਰੋਗੇ ਫਿਰ ਕੀ ਹੋਏਗਾ, ਕੱਲ ਨੂੰ ਕਿਸੇ ਹੋਰ ਦੀ ਸਰਕਾਰ ਆਊਗੀ, ਉਹਦੇ ਪਰ ਜਿਹੜੇ ਤੁਸੀਂ ਪਰਚੇ ਦਰਜ ਕੀਤੇ ਆ ਉਹਦੀ ਇਨਕੁਆਇਰੀ ਕਰਵਾ ਦੇਗੀ। ਇੱਕ ਐਂਡਲੈਸ ਪ੍ਰੋਸੈਸ ਹੈ। ਉਸ ਪ੍ਰੋਸੈਸ ਨੂੰ ਖਤਮ ਕਰਨ ਵਾਸਤੇ ਬੈਟਰ ਹੀ ਹੈਗਾ ਕਿ ਥਾਣਿਆਂ ਦੀ ਪੋਲਿਟਿਕਸ ਜਿਹੜੀ ਹੈਗੀ ਉਹ ਖਤਮ ਹੋਣੀ ਚਾਹੀਦੀ। ਅਖੀਰ ਦੇ ਵਿੱਚ ਆਖਰੀ ਸਵਾਲ ਹੈ ਕਿ ਜਿਸ ਤਰੀਕੇ ਦੇ ਨਾਲ ਪਟਿਆਲਾ ਦੇ ਵਿੱਚ ਘਟਨਾ ਵਾਪਰੀ, ਉਹਦੇ ਕਈ ਪੱਖ ਨੇ। ਇੱਕ ਪੱਖ ਹੈ ਸੁਰੱਖਿਆ ਦੇ ਨਜ਼ਰ ਤੋਂ, ਜਦੋਂ ਅਸੀਂ ਅਮਨ ਕਾਨੂੰਨ ਦੀ ਗੱਲ ਕਰਦੇ ਹਾਂ, ਦੋਹੇ ਧਿਰਾਂ ਸੋਸ਼ਲ ਮੀਡੀਆ ਤੇ ਜਾਂ ਉਸ ਤਰੀਕੇ ਨਾਲ ਮੀਡੀਆ 'ਚ ਆ ਕੇ ਪ੍ਰੈਸ ਕਾਨਫਰੰਸਾਂ ਕਰਕੇ ਜਾਂ ਹੋਰ ਢੰਗ ਤਰੀਕਿਆਂ ਦੇ ਨਾਲ ਇੱਕ ਦੂਜੇ ਨੂੰ ਲਲਕਾਰ ਰਹੀਆਂ ਸੀ। ਸਮਾਂ ਰਹਿੰਦਿਆਂ ਮਾੜੀ ਮੋਟੀ ਕਾਰਵਾਈ ਤੇ ਕੀਤੀ ਗਈ, ਪਰ ਜਦੋਂ ਹੁਣ ਮਾਨ ਸਾਹਿਬ ਡੀਜੀਪੀ ਸਾਹਿਬ ਤੋਂ ਵੀ ਨਾਰਾਜ਼ ਹੋਏ ਕਿ ਤੁਸੀਂ ਇਸ ਨੂੰ ਨਹੀਂ ਸੰਭਾਲਿਆ, ਸੁਰੱਖਿਆ ਏਜੰਸੀਆਂ ਤੇ ਸਵਾਲ ਉੱਠਦੇ ਨੇ, ਜਿਹੜੀਆਂ ਇਨਪੁਟਸ ਉੱਤੇ ਜਾਂਦੀਆਂ ਨੇ ਉਹਦੇ ਉੱਤੇ ਸਵਾਲ ਉੱਠਦੇ ਨੇ ਕਿ ਆਖਿਰਕਾਰ ਕਿਹਨੇ ਰੋਕਿਆ ਸੀਗਾ, ਕਿਹਦੀ ਸ਼ਹਿ ਦੇ ਉੱਤੇ ਇਹ ਮਸਲਾ ਇੰਨਾ ਜ਼ਿਆਦਾ ਵਿਗੜ ਗਿਆ? ਦੇਖੋ, ਇਹ ਜਿਹੜਾ ਮਸਲਾ ਹੈਗਾ ਇਹਦਾ ਇੱਕ ਤਾਂ ਪੋਲੀਟੀਕਲ ਪਹਿਲੂ ਹੈ, ਇੱਕ ਕਮਿਊਨਲ ਪਹਿਲੂ ਹੈ, ਇੱਕ ਇਹਦਾ ਲਾ ਐਂਡ ਆਰਡਰ ਦਾ ਪਹਿਲੂ ਹੈਗਾ। ਤੁਸੀਂ ਲਾ ਐਂਡ ਆਰਡਰ ਦੀ ਗੱਲ ਕੀਤੀ ਹੈ। ਸੋਸ਼ਲ ਮੀਡੀਆ ਇੱਕ ਬਹੁਤ ਇੰਪੋਰਟੈਂਟ ਫੋਰਸ ਹੈ ਕਮਿਊਨੀਕੇਸ਼ਨ ਦੀ। ਸੋਸ਼ਲ ਮੀਡੀਆ ਦੇ ਉੱਪਰ ਤੁਸੀਂ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਜਨਤਾ ਤੱਕ ਪਹੁੰਚਾਉਂਦੇ ਹੋ, ਔਰ ਇਹ ਅੱਛੀ ਗੱਲ ਹੈ। ਟੈਕਨੋਲੋਜੀ ਜਿਹੜੀ ਹੁੰਦੀ ਹੈ ਨਾ, ਇਹਦੇ ਦੋ ਪਹਿਲੂ ਹੁੰਦੇ ਆ। ਹੁਣ ਨਿਊਕਲੀਅਰ ਟੈਕਨੋਲੋਜੀ ਹੈ, ਉਹ ਤੋਂ ਤੁਸੀਂ ਐਟਮ ਬੰਬ ਵੀ ਬਣਾ ਸਕਦੇ ਹੋ। ਉਹਦਾ ਇਸਤੇਮਾਲ ਜਿਹੜਾ ਹੈਗਾ ਉਹ ਹਸਪਤਾਲਾਂ ਦੇ ਵਿੱਚ ਵੀ ਹੁੰਦਾ, ਉਹਦਾ ਇਸਤੇਮਾਲ ਬਿਜਲੀ ਬਣਾਉਣ ਵਾਸਤੇ। ਇਸੇ ਤਰੀਕੇ ਦੇ ਨਾਲ ਸੋਸ਼ਲ ਮੀਡੀਆ ਜਿਹੜਾ ਹੈਗਾ ਇੱਕ ਬੜਾ ਪਾਵਰਫੁਲ ਟੂਲ ਹੈ। ਲੇਕਿਨ ਸੋਸ਼ਲ ਮੀਡੀਆ ਦੇ ਉੱਪਰ ਜਿਹੜੇ ਇਰਰਿਸਪੌਂਸਿਬਲ ਬੰਦੇ ਗਲਤ ਕਿਸਮ ਦਾ ਪ੍ਰੋਪੇਗੈਂਡਾ ਜਾਂ ਫੇਕ ਨਿਊਜ਼ ਜਾਂ ਫੇਕ ਵੀਡੀਓਜ਼ ਬਣਾ ਕੇ ਉਹ ਕਰਦੇ ਆ, ਉਹਦੇ ਵਿੱਚੋਂ ਸਰਕਾਰ ਦੀ ਜ਼ਿੰਮੇਵਾਰੀ ਹੈ। ਔਰ ਸਰਕਾਰ ਦੇ ਸਾਈਬਰ ਸੈੱਲ ਬੜੇ ਮਜ਼ਬੂਤ ਹੁਣ ਤਾਂ ਹੋ ਚੁੱਕੇ हैं, ਕਿਉਂਕਿ ਇਹ ਤੇ ਬਿਨਾਂ ਪਰ ਰਹਿ ਨਹੀਂ ਸਕਦੇ। ਔਰ ਸਰਕਾਰ ਦੇ ਸਾਈਬਰ ਸੈੱਲ ਜਿਹੜੇ ਹੈਗੇ ਆ ਉਹ ਕਈ ਵਾਰ ਵਾਚ ਵੀ ਰੱਖਦੇ ਹਨ। ਜਿੱਥੇ ਕਿਤੇ ਵੀ ਇਸ ਤਰ੍ਹਾਂ ਦੀ ਘਟਨਾ ਆਉਂਦੀ ਹੈ ਉਹਦੇ ਵਿੱਚ ਲੋਕਾਂ ਨੂੰ ਵੀ ਅੱਗੇ ਆਉਣਾ ਚਾਹੀਦਾ, ਇਕੱਲੇ ਸਰਕਾਰ ਨੂੰ ਨਹੀਂ, ਬਲਕਿ ਲੋਕਾਂ ਦੀ ਵੀ ਵਿਜੀਲੈਂਸ ਹੋਣੀ ਚਾਹੀਦੀ ਹੈ ਕਿ ਲੋਕ ਸਮੇਂ ਤੇ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਕਿਸੇ ਮਤਲਬ ਹੈ ਜਿਹਨੂੰ ਕਹਿੰਦੇ ਆ ਉਹ ਪਹੁੰਚਾਉਣ ਸਰਕਾਰ ਤੱਕ ਜਾਂ ਪੁਲਿਸ ਅਥਾਰਟੀਜ਼ ਤੱਕ ਕਿਸੇ ਤਰੀਕੇ ਦੇ ਨਾਲ। ਉਹਨਾਂ ਦੇ ਵੀ ਨੰਬਰ ਜਿਹੜੇ ਹੈਗੇ ਆ, ਜਿਵੇਂ ਤੁਸੀਂ ਐਂਟੀ ਕਰਪਸ਼ਨ ਨੰਬਰ, ਇਹ ਕਰਪਸ਼ਨ ਜਿਹੜੀ ਹੈਗੀ ਹੈ ਕੇਵਲ ਪੈਸਿਆਂ ਦੀ ਕਰਪਸ਼ਨ ਨਹੀਂ ਹੁੰਦੀ ਕਿ ਕਿਸੇ ਨੇ ਪੈਸੇ ਲੈ ਲਏ। ਕਰਪਸ਼ਨ ਇਹ ਵੀ ਹੈ ਕਿ ਤੁਸੀਂ ਸੁਸਾਇਟੀ ਨੂੰ ਕਰਪਟ ਪ੍ਰੈਕਟਿਸਿਸ ਦੇ ਨਾਲ ਡਿਵਾਈਡ ਕਰ ਰਹੇ ਹੋ, ਇਹ ਵੀ ਕਰਪਸ਼ਨ। ਉਹਦੇ ਵੀ ਨੰਬਰ ਜਾਰੀ ਹੋਣੇ ਚਾਹੀਦੇ ਹੈ ਕਿ ਸੋਸ਼ਲ ਮੀਡੀਆ ਤੇ ਅਗਰ ਕੋਈ ਵੀ ਇਸ ਤਰ੍ਹਾਂ ਦੇ ਫੇਕ ਨਿਊਜ਼ ਦੇ ਥਰੂ ਸਮਾਜ ਨੂੰ ਵੰਡਣਾ ਚਾਹੁੰਦਾ ਹੈ ਜਾਂ ਸਮਾਜ ਦੇ ਵਿੱਚ ਇਸ ਤਰ੍ਹਾਂ ਦੀ ਉਹ ਕਰਨਾ ਚਾਹੁੰਦਾ ਹੈ, ਤਾਂ ਮੈਨੂੰ ਲੱਗਦਾ ਹੈ ਕਿ ਜਿਹੜੀਆਂ ਆਪਣੀਆਂ ਫੋਰਸਿਸ ਹੈ ਜਾਂ ਵਿਜੀਲੈਂਸ ਬਿਊਰੋ ਜਾਂ ਦੂਸਰੀਆਂ ਜਿਹੜੀਆਂ ਚੀਜ਼ਾਂ ਹੈਗੀਆਂ ਜਾਂ CID ਹੈ, ਉਹ ਸਾਰਿਆਂ ਨੂੰ
ਐਕਟੀਵੇਟ ਹੋਣਾ ਚਾਹੀਦਾ ਇਸ ਮਸਲੇ ਦੇ ਵਿੱਚ। ਡੈਫੀਨਿਟਲੀ ਗੱਲ ਕਹੀ ਜਾਂਦੀ ਹੈ ਕਿ ਕੁਝ ਦਿਨ ਪਹਿਲਾਂ ਤੋਂ ਇਹ ਚੀਜ਼ ਉੱਥੇ ਸੋਸ਼ਲ ਮੀਡੀਆ ਦੇ ਉੱਪਰ ਲੋਕਾਂ ਨੇ ਪਾਈ ਸੀਗੀ, ਲੇਕਿਨ ਕੋਈ ਜ਼ਿਆਦਾ ਤਵੱਜੋ ਨਹੀਂ ਦਿੱਤੀ ਗਈ। ਉਹ ਅਗਰ ਟਾਈਮ ਤੇ ਦੇ ਦਿੰਦੇ ਤਾਂ ਉਹਨਾਂ ਲੋਕਾਂ ਨੇ, ਦੇਖੋ ਇੱਕ ਚੀਜ਼ ਤਾਂ ਕਲੀਅਰ ਹੈ ਕਿ 29 ਤਰੀਕ ਨੂੰ ਇਹ ਕਹੇ ਜੀ ਕਿ ਤੁਸੀਂ ਖਾਲਿਸਤਾਨ ਦਿਵਸ ਮਨਾਉਣਾ ਹੈਗਾ ਜਾਂ ਉਹਦੀ ਸਥਾਪਨਾ ਦਿਵਸ, ਉਹ ਕਿੱਥੇ ਸੀਗਾ? ਉਹ ਮਤਲਬ ਪੰਜਾਬ ਦੇ ਵਿੱਚ ਤਾਂ ਕਿਤੇ ਨਜ਼ਰ ਨਹੀਂ ਆਇਆ। ਬਾਹਰ ਸੀਗਾ ਕੋਈ ਕੈਨੇਡਾ ਦੇ ਵਿੱਚ, ਕੋਈ ਅਮਰੀਕਾ ਦੇ ਵਿੱਚ, ਕੋਈ ਹੋਰ ਜਿਹੜੇ ਸਿੱਖ ਫॉर ਜਸਟਿਸ ਜਾਂ ਹੋਰ, ਉਹਦੀ ਪੰਜਾਬ ਦੇ ਵਿੱਚ ਤਾਂ ਕੋਈ ਹੋਂਦ ਨਹੀਂ ਹੈ। ਲੇਕਿਨ ਉਹਦੇ ਅਗੇਂਸਟ ਤੁਸੀਂ, ਉਹਨਾਂ ਨੇ ਕਿਹਾ ਸੀਗਾ ਹਰਿਆਣੇ ਦੇ ਵਿੱਚ ਅਸੀਂ ਉਹ ਕਰਾਂਗੇ, ਹਰਿਆਣੇ 'ਚ ਕੁਝ ਨਹੀਂ ਹੋਇਆ। ਤੁਸੀਂ ਇੱਥੇ ਜਿਹਨੂੰ ਕਹਿੰਦੇ ਆ ਬਿਨਾਂ ਪਾਣੀ ਤੋਂ ਜੁੱਤੀਆਂ ਖੋਲੀ ਫਿਰੀ ਗਏ ਹੋ, ਇੱਥੇ ਕੁਝ ਹਥਾ ਨਹੀਂ, ਔਰ ਤੁਸੀਂ ਜਿਹੜਾ ਹੈਗਾ ਐਂਟੀ ਖਾਲਿਸਤਾਨ ਔਰ ਫਲਾਣਾ ਸ਼ੁਰੂ ਕਰਤਾ, ਜਦ ਕਿ ਉਹ ਪ੍ਰੋਬਲਮ ਇੱਥੇ ਥੀ ਕਿਤੇ ਨਹੀਂ, ਗਰਾਊਂਡ ਦੇ ਧਰਤੀ ਦੇ ਉੱਪਰ। ਤਾਂ ਉਹਨਾਂ ਚੀਜ਼ਾਂ ਨੂੰ ਨੱਥ ਪਾਉਣ ਦੀ ਲੋੜ ਹੈਗੀ ਆ ਲੋਕ, ਤਾਂ ਕਿ ਲਾ ਐਂਡ ਆਰਡਰ ਆਪਣੇ ਹੱਥ ਦੇ, ਕਾਨੂੰਨ ਆਪਣੇ ਹੱਥ ਦੇ ਵਿੱਚ ਲੈ ਕੇ ਇਸ ਤਰ੍ਹਾਂ ਦੀਆਂ ਐਕਟੀਵਿਟੀਜ਼ ਨਾ ਕਰਨ। ਔਰ ਪੰਜਾਬ ਬਹੁਤ ਸੈਂਸਿਟਿਵ ਸਟੇਟ ਹੈ, ਨਾ ਸਿਰਫ ਇਸ ਕਰਕੇ ਇੱਕ ਬਾਰਡਰ ਸਟੇਟ ਹੈ, ਇਸ ਕਰਕੇ ਵੀ ਕਿ ਪਿਛਲੇ ਅਸੀਂ ਇੱਕ ਅੱਛਾ ਖਾਸਾ ਟਾਈਮ, ਤਕਰੀਬਨ 10 ਸਾਲ ਸਾਡੀ ਡਿਵੈਲਪਮੈਂਟ ਜਿਹੜੀ ਹੈਗੀ ਹੈ ਉਹ ਰੁਕੀ ਰਹੀ ਹੈ, ਔਰ ਅਸੀਂ ਲਾ ਐਂਡ ਆਰਡਰ 'ਚ ਹੀ ਫਸੇ ਰਹੇ ਹਾਂ। ਆ ਜਿਹੜਾ ਤੁਹਾਨੂੰ ਕਰਜ਼ਾ ਨਜ਼ਰ ਆ ਰਿਹਾ, ਇਹਦੀ ਕਰਜ਼ੇ ਦੀ ਸ਼ੁਰੂਆਤ ਵੀ ਉੱਥੋਂ ਹੀ ਹੋਈ ਸੀਗੀ। ਉਹ ਸਾਰਾ ਕਰਜ਼ਾ ਜਿਹੜਾ ਉਸ ਵੇਲੇ ਲਾ ਐਂਡ ਆਰਡਰ ਇੱਥੇ ਸਿੱਧਾ ਕਰਨ ਵਾਸਤੇ, ਫੋਰਸਿਸ ਨੂੰ ਰੱਖਣ ਵਾਸਤੇ, ਹਾਲਾਂਕਿ ਉਹ ਇੱਕ ਲੜਾਈ ਜਿਹੜੀ ਸੀਗੀ ਉਹ ਇੱਕ ਨੈਸ਼ਨਲ ਲੜਾਈ ਸੀਗੀ, ਲੇਕਿਨ ਉਹ ਸਾਰਾ ਪੈਸਾ ਜਿਹੜਾ ਹੈਗਾ ਪੰਜਾਬ ਸਰਕਾਰ ਦੇ ਗੱਲ ਪਾਤਾ, ਉਹੀ ਵੱਧਦਾ ਚਲਾ ਗਿਆ। ਫਿਰ ਸਰਕਾਰਾਂ ਨੇ ਜਿਹੜੀਆਂ ਇਰਰਿਸਪੌਂਸਿਬਲ ਤਰੀਕੇ ਦੇ ਨਾਲ ਇਕਨੋਮਿਕ ਪਾਲਿਸੀਜ਼ ਬਣਾਈਆਂ, ਉਹਦੇ ਵਿੱਚ ਐਡ ਹੁੰਦੀਆਂ ਚਲੀਆਂ ਗਈਆਂ। ਅੱਜ ਕਰਜ਼ਾ ਤੁਹਾਡਾ 3 ਲੱਖ ਕਰੋੜ ਹੋਇਆ ਪਿਆ। ਤਾਂ ਉਹ ਜਿਹੜੇ ਸਾਰੀਆਂ ਚੀਜ਼ਾਂ ਜਿਹੜੀ ਹੈਗੀਆਂ ਸੁਖਵਿੰਦਰ ਜੀ, ਤੁਹਾਨੂੰ ਅਗਰ ਸਟੇਟ ਨੂੰ ਚਲਾਉਣਾ ਹੈ ਤਾਂ ਸਟੇਟ ਨੂੰ ਆਪਣੀਆਂ ਲੁਕੀਆਂ ਹੋਈਆਂ ਅੱਖਾਂ ਜਿਹੜੀਆਂ ਹੈਗੀਆਂ ਖੁੱਲ੍ਹੀਆਂ ਰੱਖਣੀਆਂ ਪੈਣਗੀਆਂ। ਉਹ ਜਿਹੜੀਆਂ ਲੁਕੀਆਂ ਹੋਈਆਂ ਅੱਖਾਂ ਹੈ, ਉਹ ਸਮਾਜ ਦੇ ਵਿੱਚ ਕੀ ਹੋ ਰਿਹਾ ਹੈ ਉਹਦੇ ਬਾਰੇ ਉਹਨਾਂ ਨੂੰ ਜਾਣਕਾਰੀ ਹੋਣੀ ਚਾਹੀਦੀ ਹੈ, ਤਾਂ ਕਿ ਸਮੇਂ ਤੋਂ ਪਹਿਲਾਂ ਉਸ ਚੀਜ਼ ਨੂੰ ਨੱਥ ਪਾਈ ਜਾ ਸਕੇ। ਇਹ ਕੰਮ ਵੀ ਜਿਹੜਾ ਹੈਗਾ ਪਟਿਆਲੇ ਦੇ ਵਿੱਚ ਹੋਇਆ, ਇਹਨੂੰ ਵੀ ਰੋਕਿਆ ਜਾ ਸਕਦਾ ਸੀਗਾ, ਕਿਉਂਕਿ ਜਿਹੜੇ ਇਰਰਿਸਪੌਂਸਿਬਲ ਲੋਕ ਹੈ, ਜਿਹੜੇ ਉਹ ਐਲੀਮੈਂਟ ਹੈ ਜਿਹੜਾ ਸਮਾਜ ਦੇ ਵਿੱਚ ਕੁਛ ਨਾ ਕੋਈ ਬੁਰਾਈ ਫੈਲਾਉਣਾ ਚਾਹੁੰਦਾ ਹੈ, ਉਹ ਹਮੇਸ਼ਾ ਐਕਟਿਵ ਹੈ। ਉਹਦੇ ਅਗੇਂਸਟ ਜਾਂ ਤਾਂ ਜਨਤਾ ਨੂੰ ਵਿਜੀਲੈਂਟ ਰੱਖਣਾ ਪਊਗਾ ਜਾਂ ਸਰਕਾਰ ਨੂੰ ਕਰਨਾ ਪਊਗਾ। ਔਰ ਇੱਥੇ ਚਾਹੇ ਉਹ ਥੋੜਾ ਹੋਇਆ, ਉਹਨੂੰ ਆਪਾਂ ਨੇ ਰੋਕ ਲਿਆ, ਦੋਨੇ ਧਿਰਾਂ ਅਰੈਸਟ ਹੋ ਗਈਆਂ, ਹੁਣ ਉਹ ਇਨਵੈਸਟੀਗੇਸ਼ਨ ਦਾ ਮਸਲਾ ਹੈਗਾ। ਲੇਕਿਨ ਇਹ ਸਾਰੀਆਂ ਚੀਜ਼ਾਂ ਦੇ ਉੱਪਰ ਕੰਟਰੋਲ ਕਰਨਾ ਬਹੁਤ ਜ਼ਰੂਰੀ ਹੈ, ਜਨਤਾ ਦਾ ਵੀ ਔਰ ਸਰਕਾਰ ਦਾ ਵੀ। ਜੀ ਸ਼ੁਕਰੀਆ ਖਾਲਿਦ ਸਾਹਿਬ, ਧੰਨਵਾਦ ਤੁਹਾਡਾ। ਥੈਂਕ ਯੂ ਜੀ। ਸੋ ਮੇਰੇ ਨਾਲ ਮੌਜੂਦ ਸਨ ਵੱਡੀਆਂ ਖਬਰਾਂ ਤੇ ਵੱਡੇ ਮੁੱਦਿਆਂ ਤੇ ਚਰਚਾ ਕਰਨ ਦੇ ਲਈ ਪ੍ਰੋਫੈਸਰ ਮੁਹੰਮਦ ਖਾਲਿਦ। ਜਿਸ ਤਰੀਕੇ ਦੇ ਨਾਲ ਕਿਸਾਨਾਂ ਤੇ ਮਜ਼ਦੂਰਾਂ ਦੀ ਗੱਲ ਹੋਈ ਆ, ਉਸ ਤਰੀਕੇ ਦੇ ਨਾਲ ਅਮਨ ਸ਼ਾਂਤੀ ਦੀ ਗੱਲ ਕੀਤੀ ਹੈ ਕਿ ਪੰਜਾਬ ਦੇ ਵਿੱਚ ਸ਼ਾਂਤੀ ਬਰਕਰਾਰ ਰੱਖਣੀ ਚਾਹੀਦੀ ਹੈ। ਤੁਸੀਂ ਆਪਣੇ ਵਿਚਾਰ ਕਮੈਂਟ ਜ਼ਰੂਰ ਕਰਿਓ। ਤਖ਼ਤ ਪੰਜਾਬ ਨੂੰ ਸਬਸਕ੍ਰਾਈਬ ਕਰੋ। ਮੈਨੂੰ ਇਜਾਜ਼ਤ ਦਿਓ। ਧੰਨਵਾਦ।